ਕਰਮਾਂ ਦਾ ਫਲ ਮਨੁੱਖ ਕਿਵੇਂ ਭੋਗਦਾ ਹੈ। ਇੱਕ ਗਿੱਧ ਆਪਣੇ ਬੱਚਿਆਂ ਨਾਲ ਇੱਕ ਦਰਖਤ ਤੇ ਰਹਿੰਦਾ ਸੀ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਇੱਕ ਦਿਨ ਗਿੱਧ ਦੇ ਬੱਚੇ ਗਿੱਧ ਨਾਲ ਘੁੰਮਣ ਕਿਤੇ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਜਗ੍ਹਾ ਤੇ ਇੱਕ ਮਰਦ ਤੇ ਔਰਤ ਬੈਠੇ ਹੋਏ ਸੀ, ਜਿਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਦਰਅਸਲ ਉਹ ਦੋਵੇਂ ਕੋਹੜੀ ਹੋ ਚੁੱਕੇ ਸੀ। ਉਹਨਾਂ ਦੇ ਸਰੀਰ ਤੇ ਜਗ੍ਹਾ ਜਗ੍ਹਾ ਤੇ ਜ਼ਖਮ ਸਨ ਤੇ ਉਹਨਾਂ ਵਿੱਚੋਂ ਖੂਨ ਰਿਸ ਰਿਹਾ ਸੀ। ਦਰਦ ਨਾਲ ਉਹ ਤੜਫ ਰਹੇ ਸੀ। ਉਹਨਾਂ ਕੋਲ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ। ਉਹ ਰਸਤੇ ਦੇ ਕਿਨਾਰੇ ਬੈਠੇ ਪਤਾ ਨਹੀਂ ਕਿਸ ਕਰਮ ਦਾ ਪਾਪ ਭੋਗ ਰਹੇ ਸੀ। ਦੋਸਤੋ, ਉਹਨਾਂ ਦੋਵਾਂ ਦੇ ਉੱਪਰ ਗਿੱਧ ਦੇ ਬੱਚਿਆਂ ਦੀ ਨਜ਼ਰ ਪੈਂਦੀ ਹੈ। ਗਿੱਧ ਦੇ ਬੱਚਿਆਂ ਨੇ ਜਦੋਂ ਉਹਨਾਂ ਦੋਵਾਂ ਨੂੰ ਇਸ ਹਾਲਤ 'ਚ ਦੇਖਿਆ ਤਾਂ ਉਹ ਆਪਣੇ ਪਿਤਾ ਨੂੰ ਕਹਿੰਦੇ ਹਨ, ਅਸੀਂ ਅੱਜ ਤੱਕ ਸਿਰਫ ਜਾਨਵਰਾਂ ਦਾ ਹੀ ਮਾंस ਖਾਧਾ ਹੈ, ਕਦੇ ਵੀ ਇਨਸਾਨਾਂ ਦਾ ਮਾंस ਨਹੀਂ ਖਾਧਾ। ਇਸ ਲਈ ਸਾਡੀ ਇੱਛਾ ਹੈ ਕਿ ਅੱਜ ਅਸੀਂ ਇਨਸਾਨਾਂ ਦਾ ਮਾंस ਖਾਈਏ। ਸਾਹਮਣੇ ਜ਼ਖਮੀ ਹਾਲਤ ਵਿੱਚ ਦੋ ਜਾਣੇ ਨਜ਼ਰ ਆ ਰਹੇ ਹਨ। ਤੁਸੀਂ ਸਾਨੂੰ ਇਹਨਾਂ ਦਾ ਹੀ ਮਾंस ਖਾਣ ਦੀ ਆਗਿਆ ਦਿਓ। ਆਪਣੇ ਬੱਚਿਆਂ ਦੀ ਗੱਲ ਸੁਣ ਕੇ ਗਿੱਧ ਨੇ ਕਿਹਾ, ਬੱਚਿਓ, ਰੱਬ ਨੇ ਸਾਡੇ ਲਈ ਜੋ ਭੋਜਨ ਬਣਾਇਆ ਹੈ ਉਹੀ ਠੀਕ ਹੈ। ਜ਼ਿਆਦਾ ਮਨਮਾਨੀ ਨਹੀਂ ਚਲਾਉਣੀ ਚਾਹੀਦੀ, ਇਹ ਸਾਨੂੰ ਤਕਲੀਫ ਦੇ ਸਕਦਾ ਹੈ। ਅੱਜ ਕੱਲ੍ਹ ਇਨਸਾਨ ਦਾ ਮਾंस ਬਹੁਤ ਦੂਸ਼ਿਤ ਹੋ ਚੁੱਕਿਆ ਹੈ। ਉਹ ਕਿਸੇ ਦੇ ਖਾਣ ਯੋਗ ਨਹੀਂ ਰਿਹਾ। ਇਨਸਾਨ ਇੰਨਾ ਡਿੱਗ ਚੁੱਕਿਆ ਹੈ ਕਿ ਉਸਦੇ ਕਰਮ ਦੇਖ ਕੇ ਬਹੁਤ ਹੀ ਸ਼ਰਮ ਆਉਂਦੀ ਹੈ। ਧਰਮ ਕਰਮ ਦੀ ਸਮਝ ਰੱਖਣ ਵਾਲਾ ਇਹ ਇਨਸਾਨ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਗਿੱਧ ਬੋਲਿਆ, ਅੱਜ ਭੁੱਖੇ ਰਹਿ ਲੈਣਾ, ਪਰ ਇਨਸਾਨ ਦਾ ਮਾंस ਖਾਣ ਬਾਰੇ ਸੋਚਣਾ ਵੀ ਨਾ। ਗਿੱਧ ਦੇ ਬੱਚਿਆਂ ਨੇ ਪੁੱਛਿਆ, ਪਿਤਾ ਜੀ, ਇਹੋ ਜਿਹੀ ਕਿਹੜੀ ਗੱਲ ਹੋ ਗਈ ਜੋ ਇਨਸਾਨ ਦਾ ਮਾंस ਅਸੀਂ ਖਾ ਨਹੀਂ ਸਕਦੇ। ਤਾਂ ਗਿੱਧ ਕਹਿੰਦਾ ਹੈ, ਬੱਚਿਓ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇਹ ਕਹਾਣੀ ਇਹਨਾਂ ਦੋਵਾਂ ਮਰਦ ਔਰਤ ਦੀ ਹੈ ਜਿਨ੍ਹਾਂ ਦਾ ਮਾंस ਖਾਣ ਲਈ ਤੁਸੀਂ ਇੰਨੇ ਉਤਸ਼ਾਹਿਤ ਹੋ ਰਹੇ ਹੋ। ਜੇਕਰ ਤੁਸੀਂ ਇਹਨਾਂ ਦੇ ਕਰਮ ਜਾਣ ਲਵੋਗੇ ਤਾਂ ਕਦੇ ਇਨਸਾਨ ਦਾ ਮਾंस ਖਾਣ ਦੀ ਜ਼ਿੱਦ ਨਹੀਂ ਕਰੋਗੇ। ਗਿੱਧ ਕਹਿੰਦਾ ਹੈ ਕਿ ਅੱਜ ਤੋਂ ਪਹਿਲਾਂ ਇਹ ਦੋਨੇ ਇੱਕ ਸ਼ਹਿਰ ਦੇ ਰਾਜਾ ਰਾਣੀ ਹੋਇਆ ਕਰਦੇ ਸੀ। ਇਸ ਮਰਦ ਦੀ ਇਸ ਤੋਂ ਪਹਿਲਾਂ ਇੱਕ ਪਤਨੀ ਹੋਰ ਵੀ ਸੀ ਜੋ ਭਗਵਾਨ ਨੂੰ ਪਿਆਰੀ ਹੋ ਗਈ। ਰਾਜਾ ਤੇ ਰਾਣੀ ਵਿੱਚ ਬਹੁਤ ਹੀ ਪਿਆਰ ਸੀ। ਰਾਜਾ ਆਪਣੀ ਪਹਿਲਾਂ ਵਾਲੀ ਰਾਣੀ ਨੂੰ ਬਹੁਤ ਪ੍ਰੇਮ ਕਰਦਾ ਸੀ। ਰਾਜਾ ਦੇ ਰਾਜ 'ਚ ਚਾਰੇ ਪਾਸੇ ਖੁਸ਼ਹਾਲੀ ਸੀ। ਪ੍ਰਜਾ ਵੀ ਆਪਣੇ ਰਾਜਾ ਦੀ ਬਹੁਤ ਇੱਜ਼ਤ ਕਰਦੀ ਸੀ ਤੇ ਰਾਜਾ ਵੀ ਆਪਣੀ ਪ੍ਰਜਾ ਦੀ ਭਲਾਈ ਲਈ ਹਰ ਕੰਮ ਕਰਦਾ ਸੀ। ਉਹ ਕਿਸੇ ਵੀ ਤਰ੍ਹਾਂ ਦਾ ਪ੍ਰਜਾ ਨੂੰ ਦੁੱਖ ਨਹੀਂ ਦਿੰਦਾ ਸੀ। ਇਸੇ ਤਰ੍ਹਾਂ ਰਾਜ ਕਰਦੇ ਹੋਏ ਰਾਜਾ ਦਾ ਸਮਾਂ ਬੜਾ ਚੰਗਾ ਬਤੀਤ ਹੋ ਰਿਹਾ ਸੀ। ਦੋਸਤੋ, ਕੁਝ ਸਮੇਂ ਬਾਅਦ ਰਾਣੀ ਨੇ ਇੱਕ ਕੁੜੀ ਨੂੰ ਜਨਮ ਦਿੱਤਾ, ਪਰ ਉਹ ਆਪਣੀ ਧੀ ਨੂੰ ਜਨਮ ਦੇ ਕੇ ਸਵਰਗ ਸਿਧਾਰ ਗਈ। ਰਾਜਾ ਨੂੰ ਇਸ ਗੱਲ ਨਾਲ ਬਹੁਤ ਸਦਮਾ ਲੱਗਿਆ। ਰਾਜਾ ਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਮੇਰੀ ਜੋ ਧੀ ਹੈ, ਇਸੇ ਕਰਕੇ ਹੀ ਮੇਰੀ ਪਤਨੀ ਦੀ ਮੌਤ ਹੋਈ ਹੈ, ਕਿਉਂਕਿ ਰਾਜਾ ਰਾਣੀ ਨੂੰ ਬਹੁਤ ਪਸੰਦ ਕਰਦਾ ਸੀ। ਰਾਣੀ ਦਾ ਗਮ ਰਾਜਾ ਤੋਂ ਬਰਦਾਸ਼ਤ ਨਾ ਹੋ ਸਕਿਆ। ਇਸੇ ਗਮ ਵਿੱਚ ਰਾਜਾ ਦੀ ਹਾਲਤ ਪਾਗਲਾਂ ਵਰਗੀ ਹੋ ਗਈ। ਉਸਨੇ ਇਹ ਗੱਲ ਆਪਣੇ ਦਿਲ ਦਿਮਾਗ ਵਿੱਚ ਬਿਠਾ ਲਈ ਕਿ ਮੇਰੀ ਧੀ ਕਾਰਨ ਹੀ ਮੇਰੀ ਪਤਨੀ ਦੀ ਮੌਤ ਹੋਈ ਹੈ। ਉਹ ਆਪਣੀ ਧੀ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਸੀ, ਨਾ ਹੀ ਉਸ ਵੱਲ ਦੇਖਦਾ ਸੀ। ਮਨ ਹੀ ਮਨ ਉਹ ਉਸ ਨਾਲ ਨਫ਼ਰਤ ਕਰਨ ਲੱਗਿਆ। ਉਹ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ 'ਚ ਇਹ ਧੀ ਨਹੀਂ, ਇਹ ਕੋਈ ਕੁਲੱਛਣੀ ਹੋਈ ਹੈ, ਇਸੇ ਕਰਕੇ ਮੇਰੀ ਰਾਣੀ ਦੀ ਮੌਤ ਹੋਈ ਹੈ। ਰਾਜਾ ਨੂੰ ਸਭ ਨੇ ਸਮਝਾਇਆ ਕਿ ਦੇਖੋ, ਜੋ ਹੋਣਾ ਸੀ ਉਹ ਹੋ ਗਿਆ, ਹੁਣ ਕਿਉਂ ਧੀ ਨਾਲ ਨਫ਼ਰਤ ਕਰਦੇ ਹੋ। ਪਰ ਰਾਜਾ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਰਾਣੀ ਜੋ ਸੀ ਉਹ ਬੜੀ ਹੀ ਧਾਰਮਿਕ ਪ੍ਰਵਿਰਤੀ ਦੀ ਸੀ। ਭਗਵਾਨ ਸ਼ਿਵ ਦੀ ਉਹ ਬਹੁਤ ਪੂਜਾ ਕਰਿਆ ਕਰਦੀ ਸੀ। ਉੱਧਰ ਰਾਜਾ ਦਾ ਰਾਜ ਕਾਜ ਵਿੱਚ ਵੀ ਮਨ ਨਹੀਂ ਲੱਗਦਾ ਸੀ ਤੇ ਨਾ ਹੀ ਉਹ ਪ੍ਰਜਾ ਦੀ ਭਲਾਈ ਬਾਰੇ ਸੋਚਦਾ ਸੀ। ਰਾਜਾ ਦੀ ਇਹੋ ਜਿਹੀ ਹਾਲਤ ਦੇਖ ਕੇ ਰਾਜਾ ਦੇ ਸਾਰੇ ਮੰਤਰੀ, ਦਰਬਾਰੀ ਤੇ ਰਿਸ਼ਤੇਦਾਰਾਂ ਨੂੰ ਚਿੰਤਾ ਹੋਣ ਲੱਗੀ ਕਿ ਜੇਕਰ ਰਾਜਾ ਇਸ ਤਰ੍ਹਾਂ ਹੀ ਰਹੇਗਾ ਤਾਂ ਰਾਜ ਦੀ ਪ੍ਰਜਾ ਬਹੁਤ ਦੁਖੀ ਹੋਵੇਗੀ। ਇਸ ਇੰਨੇ ਵੱਡੇ ਰਾਜ ਦਾ ਕੀ ਹੋਵੇਗਾ। ਇਸ ਲਈ ਉਹਨਾਂ ਨੇ ਰਾਜਾ ਦੇ ਦੂਜੇ ਵਿਆਹ ਦੀ ਸਲਾਹ ਕੀਤੀ ਤੇ ਰਾਜਾ ਦੇ ਸਾਹਮਣੇ ਪ੍ਰਸਤਾਵ ਰੱਖਿਆ, ਜੋ ਰਾਜਾ ਨੂੰ ਸਹੀ ਲੱਗਿਆ, ਕਿਉਂਕਿ ਰਾਣੀ ਦਾ ਗਮ ਭੁਲਾਉਣ ਲਈ ਇਹ ਜ਼ਰੂਰੀ ਸੀ ਤੇ ਉਸ ਕੁੜੀ ਲਈ ਇੱਕ ਮਾਂ ਦੀ ਜ਼ਰੂਰਤ ਸੀ। ਦਾਸੀਆਂ ਕਦੋਂ ਤੱਕ ਉਸਦਾ ਪਾਲਣ ਪੋਸ਼ਣ ਕਰਦੀਆਂ। ਦੋਸਤੋ, ਇਸ ਤਰ੍ਹਾਂ ਰਾਜਾ ਨੇ ਦੂਜਾ ਵਿਆਹ ਕਰ ਲਿਆ। ਹੁਣ ਘਰ ਵਿੱਚ ਦੂਜੀ ਮਾਂ ਆ ਚੁੱਕੀ ਸੀ, ਪਰ ਜਦੋਂ ਉਸ ਕੁੜੀ ਨਾਲ ਉਸਦਾ ਪਿਓ ਹੀ ਪਿਆਰ ਨਹੀਂ ਕਰਦਾ ਸੀ ਤਾਂ ਉਹ ਦੂਜੀ ਕੀ ਖਾਕ ਕਰਦੀ।
ਰਾਜਾ ਦੀ ਦੂਜੀ ਪਤਨੀ ਵੀ ਉਸ ਕੁੜੀ ਨੂੰ ਨਫ਼ਰਤ ਕਰਨ ਲੱਗੀ ਸੀ। ਉਸਨੇ ਕਦੇ ਵੀ ਉਸ ਬੱਚੀ ਨੂੰ ਨਹੀਂ ਅਪਣਾਇਆ। ਹੌਲੀ ਹੌਲੀ ਸਮਾਂ ਬੀਤਣ ਲੱਗਿਆ। ਰਾਜਾ ਦੀ ਦੂਜੀ ਪਤਨੀ ਨੇ ਵੀ ਗਰਭ ਧਾਰਨ ਕੀਤਾ। ਸਮੇਂ ਦੇ ਨਾਲ ਉਸਨੇ ਵੀ ਇੱਕ ਕੁੜੀ ਨੂੰ ਜਨਮ ਦਿੱਤਾ। ਆਪਣੀ ਧੀ ਤੇ ਆਪਣੀ ਪਤਨੀ ਨੂੰ ਤੰਦਰੁਸਤ ਦੇਖ ਕੇ ਰਾਜਾ ਬੜਾ ਖੁਸ਼ ਹੋਇਆ। ਹੁਣ ਤਾਂ ਰਾਜਾ ਨੇ ਪ੍ਰਜਾ 'ਚ ਮਿਠਾਈਆਂ ਵੰਡੀ ਤੇ ਦੂਜੀ ਰਾਜਕੁਮਾਰੀ ਦਾ ਨਾਮਕਰਨ ਕਰਵਾਇਆ। ਰਾਜਾ ਨੇ ਉਸਦਾ ਨਾਮ ਸੁਭਾਗਿਆਵਤੀ ਰੱਖਿਆ। ਇਸ ਤਰ੍ਹਾਂ ਦੋਸਤੋ, ਸੁਭਾਗਿਆਵਤੀ ਤੇ ਕੁਲੱਛਣੀ ਦੋਨੋਂ ਇਕੱਠੇ ਪਲਣ ਲੱਗੀਆਂ। ਹੌਲੀ ਹੌਲੀ ਸਮਾਂ ਬੀਤਦਾ ਰਿਹਾ। ਰਾਜਾ ਰਾਣੀ ਸੁਭਾਗਪਤੀ ਨੂੰ ਬਹੁਤ ਪਿਆਰ ਕਰਦੇ ਸੀ, ਪਰ ਜਿਸ ਨੂੰ ਕੁਲੱਛਣੀ ਮੰਨਦੇ ਸੀ ਉਸ 'ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਸੀ। ਸਮਾਂ ਆਪਣੀ ਗਤੀ ਨਾਲ ਚੱਲਦਾ ਰਿਹਾ। ਹੌਲੀ ਹੌਲੀ ਰਾਜਕੁਮਾਰੀ ਸੁਭਾਗਵਤੀ ਨੂੰ ਸਿੱਖਿਆ ਦਵਾਈ ਗਈ। ਰਾਜਕੁਮਾਰੀ ਦੀ ਤਰ੍ਹਾਂ ਉਸਦੇ ਹਰ ਕੰਮ ਕੀਤੇ ਗਏ, ਪਰ ਕੁਲੱਛਣੀ ਦੀ ਸਿੱਖਿਆ ਦਾ ਕੋਈ ਵੀ ਪ੍ਰਬੰਧ ਨਾ ਕੀਤਾ ਗਿਆ। ਹੌਲੀ ਹੌਲੀ ਜਦੋਂ ਦੋਵੇਂ ਕੁੜੀਆਂ ਵੱਡੀਆਂ ਹੋਈਆਂ ਤਾਂ ਦੇਖਣ ਵਿੱਚ ਦੋਵੇਂ ਬਰਾਬਰ ਲੱਗਦੀਆਂ ਸਨ। ਦੋਨਾਂ ਵਿੱਚ ਜ਼ਿਆਦਾ ਫਰਕ ਨਹੀਂ ਸੀ, ਪਰ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਰਾਜਾ ਰਾਣੀ ਨੇ ਬਹੁਤ ਫਰਕ ਕੀਤਾ ਸੀ। ਸੁਭਾਗਿਆਵਤੀ ਦੇ ਜੋ ਕੱਪੜੇ ਹੁੰਦੇ ਸੀ, ਜੇਕਰ ਉਹ ਕੱਪੜੇ ਪੁਰਾਣੇ ਹੋ ਜਾਂਦੇ ਤਾਂ ਉਹਨਾਂ ਕੱਪੜਿਆਂ ਨੂੰ ਉਤਾਰ ਕੇ ਕੁਲੱਛਣੀ ਨੂੰ ਪਾਉਣ ਲਈ ਦੇ ਦਿੱਤਾ ਜਾਂਦਾ ਸੀ। ਹੌਲੀ ਹੌਲੀ ਉਹ ਦੋਨੋਂ ਕੁੜੀਆਂ ਸਿਆਣੀਆਂ ਹੋ ਗਈਆਂ ਤੇ ਇੱਕ ਦਿਨ ਰਾਣੀ ਕਹਿਣ ਲੱਗੀ, ਰਾਜਾ ਸਾਹਿਬ, ਕੁੜੀਆਂ ਵੱਡੀਆਂ ਹੋ ਗਈਆਂ ਹਨ, ਹੁਣ ਸਾਨੂੰ ਇਹਨਾਂ ਦਾ ਵਿਆਹ ਕਰਨਾ ਚਾਹੀਦਾ ਹੈ। ਦੋਸਤੋ, ਜੋ ਕੁਲੱਛਣੀ ਸੀ ਉਹ ਬਹੁਤ ਹੀ ਧਾਰਮਿਕ ਪ੍ਰਵਿਰਤੀ ਦੀ ਸੀ। ਆਪਣੀ ਮਾਂ ਦੀ ਤਰ੍ਹਾਂ ਉਹ ਹਮੇਸ਼ਾ ਭੋਲੇ ਬਾਬਾ ਦੀ ਪੂਜਾ ਕਰਿਆ ਕਰਦੀ ਸੀ। ਤੇ ਸੁਭਾਗਵਤੀ ਸੀ, ਉਹ ਬਹੁਤ ਹੰਕਾਰ ਵਿੱਚ ਰਹਿੰਦੀ ਸੀ। ਉਸਨੂੰ ਤਾਂ ਇਹ ਹੰਕਾਰ ਸੀ ਕਿ ਉਹ ਇੱਕ ਰਾਜਕੁਮਾਰੀ ਹੈ, ਉਸਦੇ ਕੋਲ ਮਾਂ ਤੇ ਪਿਓ ਦੋਵਾਂ ਦਾ ਪਿਆਰ ਹੈ। ਪਰ ਵਿਚਾਰੀ ਕੁਲੱਛਣੀ ਨੂੰ ਤਾਂ ਮਾਂ ਪਿਓ ਦਾ ਪਿਆਰ ਨਹੀਂ ਮਿਲਦਾ ਸੀ। ਉਹ ਜ਼ਿਆਦਾ ਹੀ ਸਮਝਦਾਰ ਸੀ। ਉਸਦੀ ਮਤਰੇਈ ਮਾਂ ਕੁਝ ਵੀ ਕਹਿੰਦੀ, ਚਾਹੇ ਉਸਦੀ ਭੈਣ ਕੁਝ ਵੀ ਕਹਿੰਦੀ, ਉਹ ਚੁੱਪਚਾਪ ਸੁਣ ਲਿਆ ਕਰਦੀ ਸੀ। ਰਾਜਾ ਰਾਣੀ ਨੂੰ ਛੱਡ ਕੇ ਬਾਕੀ ਮਹਿਲ ਦੇ ਜਿੰਨੇ ਵੀ ਲੋਕ ਸੀ ਉਹ ਸਭ ਕੁਲੱਛਣੀ ਨਾਲ ਹਮਦਰਦੀ ਰੱਖਦੇ ਸੀ, ਪਰ ਸੁਭਾਗਵਤੀ ਤੇ ਉਸਦੀ ਮਾਂ ਹਮੇਸ਼ਾ ਉਸਨੂੰ ਝਿੜਕਦੀਆਂ ਰਹਿੰਦੀਆਂ ਸਨ। ਤੇ ਰਾਜਾ ਆਪਣੀ ਧੀ ਸੁਭਾਗਵਤੀ ਨੂੰ ਦੇਖ ਕੇ ਫੁੱਲਿਆ ਨਹੀਂ ਸਮਾਉਂਦਾ ਸੀ, ਤੇ ਜਿਸ ਨੂੰ ਉਹ ਕੁਲੱਛਣੀ ਮੰਨਦਾ ਸੀ ਉਸਨੂੰ ਦੇਖ ਕੇ ਤਾਂ ਉਹ ਆਪਣਾ ਰਾਸਤਾ ਹੀ ਬਦਲ ਲੈਂਦਾ ਸੀ। ਵਿਚਾਰੀ ਆਪਣੇ ਪਿਓ ਦੇ ਪਿਆਰ ਨੂੰ ਪਾਉਣ ਲਈ ਤਰਸਦੀ ਰਹਿੰਦੀ ਸੀ। ਹੁਣ ਉਹ ਵਿਆਹ ਦੇ ਲਾਇਕ ਹੋ ਚੁੱਕੀ ਸੀ। ਰਾਜਾ ਚਾਹੇ ਉਸ ਨਾਲ ਕਿੰਨੀ ਵੀ ਨਫ਼ਰਤ ਕਰਦਾ ਸੀ, ਪਰ ਉਸਦਾ ਵਿਆਹ ਤਾਂ ਕਰਨਾ ਹੀ ਸੀ। ਰਾਣੀ ਨੇ ਕਿਹਾ, ਮਹਾਰਾਜ, ਆਪਣੀਆਂ ਦੋਨੋਂ ਧੀਆਂ ਵੱਡੀਆਂ ਹੋ ਗਈਆਂ ਹਨ, ਇਹਨਾਂ ਲਈ ਕੋਈ ਚੰਗਾ ਜਿਹਾ ਵਰ ਲੱਭੋ। ਰਾਜਾ ਕਹਿਣ ਲੱਗਿਆ, ਜਿੰਨਾ ਜਲਦੀ ਹੋ ਜਾਵੇ ਓਨਾ ਚੰਗਾ ਹੈ, ਕਿਉਂਕਿ ਪਹਿਲਾਂ ਇਸ ਕੁਲੱਛਣੀ ਦਾ ਸਾਇਆ ਸਾਡੇ ਮਹਿਲ ਤੋਂ ਹਟ ਜਾਵੇਗਾ। ਆਪਣੀ ਧੀ ਦਾ ਵਿਆਹ ਬਾਅਦ 'ਚ ਕਰ ਲਵਾਂਗੇ। ਰਾਣੀ ਕਹਿਣ ਲੱਗੀ ਕਿ ਇਸ ਦੇ ਲਈ ਕੋਈ ਅੰਨਾ ਭਿੱਖ ਮੰਗਾ ਮੁੰਡਾ ਹੀ ਠੀਕ ਰਹੇਗਾ। ਇਹ ਕਿੱਥੇ ਰਾਜ ਮਹਿਲ ਦੇ ਲਾਇਕ ਹੈ। ਜਿੱਥੇ ਵੀ ਜਾਵੇਗੀ ਬੇੜਾ ਗਰਕ ਹੀ ਕਰ ਦੇਵੇਗੀ। ਇੱਥੇ ਵੀ ਤਾਂ ਆਪਣੀ ਮਾਂ ਨੂੰ ਖਾ ਗਈ, ਉੱਥੇ ਜਾ ਕੇ ਵੀ ਪਤਾ ਨਹੀਂ ਕੀ ਕੀ ਕਰੇਗੀ। ਇਸ ਦੇ ਕਰਕੇ ਪਤਾ ਨਹੀਂ ਸਾਨੂੰ ਕੀ ਕੀ ਸੁਣਨਾ ਪਵੇਗਾ। ਇਸ ਲਈ ਰਾਜਾ ਕਹਿਣ ਲੱਗਿਆ, ਰਾਣੀ ਤੂੰ ਬਿਲਕੁਲ ਠੀਕ ਕਹਿੰਦੀ ਹੈ। ਰਾਜਾ ਨੇ ਉਸੇ ਵੇਲੇ ਆਪਣੇ ਮਹਿਲ ਦੇ ਨਾਈ ਤੇ ਬ੍ਰਾਹਮਣਾਂ ਨੂੰ ਬੁਲਾਇਆ ਤੇ ਕਿਹਾ ਕਿ ਕੁਲੱਛਣੀ ਦੇ ਲਈ ਇੱਕ ਅੰਨਾ ਤੇ ਪਰਿਵਾਰਹੀਨ ਵਰ ਦੇਖ ਕੇ ਲਿਆਓ। ਰਾਜਾ ਦੀ ਆਗਿਆ ਪਾ ਕੇ ਨਾਈ ਤੇ ਪੰਡਤ ਵਰ ਦੀ ਤਲਾਸ਼ ਲਈ ਚੱਲ ਪਏ। ਚਲਦੇ ਚਲਦੇ ਉਹ ਦੋਵੇਂ ਬਹੁਤ ਦੂਰ ਇੱਕ ਪਿੰਡ ਵਿੱਚ ਗਏ, ਜਿੱਥੇ ਉਹਨਾਂ ਨੇ ਦੇਖਿਆ ਕਿ ਇੱਕ ਭਿਖਾਰਨ ਔਰਤ ਬੈਠੀ ਹੋਈ ਸੀ। ਉਸਦਾ ਇੱਕ ਬੇਟਾ ਸੀ। ਮਾਂ ਪੁੱਤ ਦੋਨੇ ਭੀਖ ਮੰਗ ਰਹੇ ਸੀ। ਬੇਟਾ ਅੰਨਾ ਸੀ। ਘਰ ਦੇ ਨਾਮ ਤੇ ਇੱਕ ਘਾਹ ਫੂਸ ਦੀ ਝੋਪੜੀ ਸੀ। ਨਾਈ ਤੇ ਬ੍ਰਾਹਮਣ ਉਸਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਕਈ ਦਿਨ ਹੋ ਗਏ ਸੀ ਜਿਸ ਤਰ੍ਹਾਂ ਦਾ ਰਾਜਾ ਨੇ ਵਰ ਕਿਹਾ ਸੀ ਉਸ ਤਰ੍ਹਾਂ ਦਾ ਵਰ ਨਹੀਂ ਮਿਲ ਰਿਹਾ ਸੀ। ਅੱਜ ਉਹਨਾਂ ਨੂੰ ਉਸ ਤਰ੍ਹਾਂ ਦਾ ਵਰ ਮਿਲ ਗਿਆ ਸੀ। ਉਹ ਉਸ ਭਿਖਾਰਨ ਕੋਲ ਜਾਂਦੇ ਹਨ ਤੇ ਉਸਨੂੰ ਕਹਿਣ ਲੱਗੇ, ਮਾਈ, ਅਸੀਂ ਤੇਰੇ ਬੇਟੇ ਲਈ ਇੱਕ ਬਹੁਤ ਚੰਗਾ ਰਿਸ਼ਤਾ ਲੈ ਕੇ ਆਏ ਹਾਂ। ਨਾਈ ਪੰਡਤਾਂ ਦੀ ਗੱਲ ਸੁਣ ਕੇ ਉਹ ਹੌਲੀ ਜਿਹੀ ਹੱਸੀ ਤੇ ਕਹਿਣ ਲੱਗੀ, ਕਿਉਂ ਮਜ਼ਾਕ ਕਰ ਰਹੇ ਹੋ? ਭਲਾ ਮੇਰੇ ਅੰਨੇ ਪੁੱਤ ਨਾਲ ਕੌਣ ਵਿਆਹ ਕਰੇਗਾ? ਤਾਂ ਨਾਈ ਕਹਿਣ ਲੱਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਤੁਹਾਡੇ ਬੇਟੇ ਲਈ ਇੱਕ ਬਹੁਤ ਖਾਸ ਰਿਸ਼ਤਾ ਲੈ ਕੇ ਆਏ ਹਾਂ, ਤੇ ਉਹ ਵੀ ਰਾਜ ਮਹਿਲ ਤੋਂ ਆਇਆ ਹੈ। ਇਹ ਸੁਣ ਕੇ ਤਾਂ ਭਿਖਾਰਨ ਨੂੰ ਵਿਸ਼ਵਾਸ ਨਾ ਹੋਇਆ, ਪਰ ਉਹ ਗੱਲਾਂ ਸੁਣ ਕੇ ਰਾਜੀ ਹੋ ਜਾਂਦੀ ਹੈ ਕਿ ਰਾਜ ਮਹਿਲ ਤੋਂ ਉਸਦੀ ਬਹੂ ਆਵੇਗੀ, ਚਾਹੇ ਉਹ ਕਿਸ ਤਰ੍ਹਾਂ ਦੀ ਵੀ ਹੋਵੇ, ਪਰ ਰਾਜਾ ਨਾਲ ਤਾਂ ਨਾਤਾ ਜੁੜ ਹੀ ਜਾਵੇਗਾ। ਤੇ ਉਸਨੇ ਆਪਣੇ ਬੇਟੇ ਦਾ ਰਿਸ਼ਤਾ ਤੈਅ ਕਰ ਦਿੱਤਾ। ਨਾਈ ਤੇ ਪੰਡਿਤ ਰਾਜ ਮਹਿਲ 'ਚ ਵਾਪਸ ਆ ਜਾਂਦੇ ਹਨ।
ਉਹਨਾਂ ਨੇ ਰਾਜ ਮਹਿਲ 'ਚ ਜਾ ਕੇ ਰਾਜਾ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਦੱਸ ਦਿੱਤਾ ਕਿ ਅਸੀਂ ਉਸ ਦਾ ਟਿੱਕਾ ਵੀ ਕਰ ਆਏ ਹਾਂ। ਇਸ ਤਰ੍ਹਾਂ ਉਸ ਰਾਜਾ ਨੇ ਆਪਣੀ ਧੀ ਕੁਲੱਛਣੀ ਦਾ ਵਿਆਹ ਉਸ ਅੰਨੇ ਭਿਖਾਰੀ ਨਾਲ ਕਰ ਦਿੱਤਾ। ਦਹੇਜ ਦੇ ਨਾਮ ਤੇ ਵੀ ਉਸਨੂੰ ਕੁਝ ਨਾ ਦਿੱਤਾ। ਜਿਸ ਤਰ੍ਹਾਂ ਨਾਲ ਰਾਜਾ ਰਾਣੀ ਨੇ ਉਸਨੂੰ ਵਿਦਾ ਕੀਤਾ ਸੀ, ਉਹ ਵਿਚਾਰੀ ਉਸੇ ਤਰ੍ਹਾਂ ਹੀ ਆਪਣੇ ਸਹੁਰੇ ਘਰ ਆ ਗਈ। ਸਹੁਰੇ ਘਰ ਆਈ ਤਾਂ ਦੇਖਿਆ ਕਿ ਉੱਥੇ ਤਾਂ ਇੱਕ ਟੁੱਟੀ ਫੁੱਟੀ ਕਾਂ ਦੀ ਝੋਪੜੀ ਸੀ। ਬੈਠਣ ਲਈ ਉਸ ਝੌਂਪੜੀ ਵਿੱਚ ਜਗ੍ਹਾ ਨਹੀਂ ਸੀ। ਵਿਚਾਰੀ ਆ ਕੇ ਭਗਵਾਨ ਨੂੰ ਕਹਿਣ ਲੱਗੀ, ਹੇ ਭਗਵਾਨ ਭੋਲੇਨਾਥ, ਇਹ ਮੇਰੀ ਕਿਹੋ ਜਿਹੀ ਪ੍ਰੀਖਿਆ ਲੈ ਰਹੇ ਹੋ? ਮੈਨੂੰ ਪਤੀ ਵੀ ਦਿੱਤਾ ਹੈ ਤੇ ਉਹ ਵੀ ਦੋਵਾਂ ਅੱਖਾਂ ਤੋਂ ਅੰਨਾ। ਘੱਟੋ ਘੱਟ ਜੀਵਨ ਸਾਥੀ ਤਾਂ ਠੀਕ ਹੁੰਦਾ। ਭਲੇ ਹੀ ਮੈਨੂੰ ਧਨ ਦੌਲਤ ਮਕਾਨ ਨਾ ਮਿਲਦਾ, ਜੇਕਰ ਜੀਵਨ ਸਾਥੀ ਠੀਕ ਹੁੰਦਾ ਤਾਂ ਅਸੀਂ ਦੋਵੇਂ ਕੁਝ ਕਰ ਲੈਂਦੇ ਤੇ ਆਪਣਾ ਜੀਵਨ ਬਤੀਤ ਕਰ ਲੈਂਦੇ। ਖੈਰ, ਮੈਂ ਸੁਣਿਆ ਹੈ ਕਿ ਈਸ਼ਵਰ ਜੋ ਵੀ ਕਰਦਾ ਹੈ ਚੰਗਾ ਹੀ ਕਰਦਾ ਹੈ। ਜੇਕਰ ਮੇਰੇ ਪਿਓ ਨੇ ਮੇਰੇ ਲਈ ਅੰਨਾ ਤੇ ਭਿਖਾਰੀ ਪਤੀ ਲੱਭਿਆ ਹੈ ਤਾਂ ਇਹੀ ਮੇਰੇ ਲਈ ਭਗਵਾਨ ਹੈ। ਮੈਨੂੰ ਜਿਸ ਵੀ ਰੂਪ 'ਚ ਮਿਲਿਆ ਹੈ, ਮੈਂ ਇਸ ਦਾ ਸਾਥ ਹਮੇਸ਼ਾ ਨਿਭਾਵਾਂਗੀ ਤੇ ਇਸ ਦੀ ਸੇਵਾ ਕਰਾਂਗੀ। ਉਸ ਤੋਂ ਬਾਅਦ ਉਹ ਆਪਣੀ ਸੱਸ ਨੂੰ ਕਹਿਣ ਲੱਗੀ, ਤੁਹਾਡੇ ਘਰ ਵਿੱਚ ਜੋ ਕੁਝ ਵੀ ਤੁਸੀਂ ਮੈਨੂੰ ਦੇ ਦਿਓ, ਮੈਂ ਤੁਹਾਡੇ ਲਈ ਭੋਜਨ ਬਣਾ ਕੇ ਤਿਆਰ ਕਰ ਦਿਆਂਗੀ। ਉਸ ਦੀ ਸੱਸ ਤੇ ਉਸ ਦਾ ਪਤੀ ਤਾਂ ਭੀਖ ਮੰਗਦੇ ਸੀ। ਜੋ ਵੀ ਪੈਸੇ ਦੋ ਪੈਸੇ ਮਿਲਦੇ ਸੀ, ਉਸੇ ਨਾਲ ਉਹਨਾਂ ਦੇ ਘਰ ਦਾ ਖਾਣਾ ਬਣਦਾ ਸੀ। ਕਈ ਵਾਰ ਤਾਂ ਉਹਨਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਸੀ। ਰਾਜਾ ਆਪਣੀ ਜਿਸ ਧੀ ਨੂੰ ਕੁਲੱਛਣੀ ਕਹਿੰਦਾ ਸੀ, ਉਹ ਕੁਲੱਛਣੀ ਨਹੀਂ ਸੀ, ਸਗੋਂ ਇੱਕ ਦੇਵੀ ਸੀ। ਉਹ ਤਾਂ ਭਗਵਾਨ ਦੀ ਇੱਛਾ ਸਮਝ ਕੇ ਬੜੇ ਪਿਆਰ ਨਾਲ ਉਸ ਘਰ 'ਚ ਰਹਿ ਰਹੀ ਸੀ ਤੇ ਬੜੇ ਪਿਆਰ ਤੇ ਭਾਵਨਾ ਨਾਲ ਆਪਣੀ ਸੱਸ ਤੇ ਆਪਣੇ ਪਤੀ ਦੀ ਸੇਵਾ ਕਰਨ ਲੱਗੀ। ਉਹ ਉਸੇ ਵਿੱਚ ਹੀ ਸੁੱਖ ਲੱਭਣ ਲੱਗੀ ਤੇ ਰੁੱਖਾ ਸੁੱਖਾ ਖਾ ਕੇ ਬੜੇ ਪਿਆਰ ਨਾਲ ਆਪਣੀ ਸੱਸ ਤੇ ਆਪਣੇ ਪਤੀ ਨਾਲ ਰਹਿੰਦੀ ਸੀ। ਉੱਧਰ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਰਾਣੀ ਨੇ ਆਪਣੇ ਰਾਜਾ ਨੂੰ ਕਿਹਾ, ਮਹਾਰਾਜ, ਹੁਣ ਤਾਂ ਉਹ ਮਨਹੂਸ ਕੁੜੀ ਸਾਡੇ ਘਰੋਂ ਜਾ ਚੁੱਕੀ ਹੈ। ਕਿਉਂ ਨਾ ਹੁਣ ਅਸੀਂ ਆਪਣੀ ਧੀ ਦਾ ਕਿਸੇ ਰਾਜ ਘਰਾਣੇ 'ਚ ਸੋਹਣਾ ਜਿਹਾ ਵਰ ਦੇਖ ਕੇ ਵਿਆਹ ਕਰ ਦਈਏ। ਹੁਣ ਰਾਜਾ ਨੇ ਬਿਨਾਂ ਦੇਰੀ ਕੀਤੇ ਨਾਈ ਪੰਡਤਾਂ ਨੂੰ ਬੁਲਾ ਕੇ ਕਿਸੇ ਚੰਗੇ ਰਾਜਕੁਮਾਰ ਦੀ ਤਲਾਸ਼ ਵਿੱਚ ਭੇਜ ਦਿੱਤਾ। ਉਹਨਾਂ ਨੇ ਵੀ ਬਹੁਤ ਹੀ ਸੋਹਣਾ ਰਾਜਕੁਮਾਰ ਲੱਭਿਆ। ਉਹ ਰਾਜਾ ਦਾ ਇਕਲੌਤਾ ਪੁੱਤ ਸੀ ਤੇ ਉਹ ਇੱਕ ਚੱਕਰਵਰਤੀ ਸਮਰਾਟ ਬਣਨ ਵਾਲਾ ਸੀ। ਪੁਰੋਹਿਤ ਨੇ ਬਿਨਾਂ ਦੇਰੀ ਕੀਤੇ ਉਸ ਚੱਕਰਵਰਤੀ ਰਾਜਾ ਦੇ ਬੇਟੇ ਨੂੰ ਸੁਭਾਗਵਤੀ ਦਾ ਟਿੱਕਾ ਦੇ ਦਿੱਤਾ। ਦੋਸਤੋ, ਰਾਜਾ ਨੇ ਸੁਭਾਗਵਤੀ ਦਾ ਵਿਆਹ ਬੜੀ ਧੂਮਧਾਮ ਨਾਲ ਕੀਤਾ ਤੇ ਵਧੀਆ ਢੰਗ ਨਾਲ ਆਪਣੀ ਧੀ ਨੂੰ ਵਿਦਾ ਕੀਤਾ। ਉਧਰ ਰਾਜਾ ਜਿਸ ਧੀ ਨੂੰ ਕੁਲੱਛਣੀ ਕਿਹਾ ਕਰਦਾ ਸੀ, ਉਹ ਬੇਚਾਰੀ ਆਪਣੇ ਦਿਨ ਕੱਟ ਰਹੀ ਸੀ ਤੇ ਸੁਭਾਗਵਤੀ ਜਿਸ ਰਾਜ ਘਰ ਵਿੱਚ ਗਈ ਸੀ, ਉੱਥੇ ਬੜੇ ਆਰਾਮ ਨਾਲ ਆਪਣੇ ਦਿਨ ਕੱਟਣ ਲੱਗੀ ਸੀ। ਉਸ ਨੂੰ ਸ਼ੁਰੂ ਤੋਂ ਹੀ ਆਪਣੇ ਮਾਪਿਓ ਦਾ ਪਿਆਰ ਮਿਲਿਆ ਸੀ ਤੇ ਉਸ ਨੂੰ ਚੰਗਾ ਪਤੀ ਤੇ ਰਾਜ ਮਹਿਲ ਦੇ ਵੀ ਸਾਰੇ ਸੁੱਖ ਮਿਲ ਗਏ। ਉਧਰ ਕੁਲੱਛਣੀ ਇੱਕ ਦਿਨ ਆਪਣੀ ਸੱਸ ਨੂੰ ਕਹਿੰਦੀ ਹੈ, ਮਾਂ ਜੀ, ਤੁਸੀਂ ਰੋਜ਼-ਰੋਜ਼ ਭੀਖ ਮੰਗ ਕੇ ਲਿਆਉਂਦੇ ਹੋ। ਤੁਹਾਡਾ ਭੀਖ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ। ਇਸ ਤੋਂ ਤਾਂ ਚੰਗਾ ਹੈ ਅਸੀਂ ਕੋਈ ਕੰਮ ਧੰਦਾ ਕਰ ਲਈਏ ਤੇ ਕਮਾ ਕੇ ਖਾਈਏ। ਤਾਂ ਉਸ ਦੀ ਸੱਸ ਕਹਿੰਦੀ ਹੈ, ਬਹੂ, ਵੈਸੇ ਤਾਂ ਤੇਰੇ ਮਾਂ-ਬਾਪ ਤੇ ਲੋਕ ਤੈਨੂੰ ਕੁਲੱਛਣੀ ਕਹਿੰਦੇ ਹਨ, ਪਰ ਸਾਡੇ ਘਰ ਦੀ ਤੂੰ ਲੱਛਮੀ ਹੈ। ਤੂੰ ਜੋ ਵੀ ਕਹੇਂਗੀ ਉਹ ਮੈਂ ਮੰਨਾਂਗੀ। ਉਸਨੇ ਆਪਣੀ ਸੱਸ ਤੋਂ ਕੁਝ ਪੈਸੇ ਲਏ ਤੇ ਉਹਨਾਂ ਨਾਲ ਕੁਝ ਖਰਬੂਜੇ ਤੇ ਤਰਬੂਜ਼ ਖਰੀਦ ਲਏ, ਕਿਉਂਕਿ ਗਰਮੀ ਦਾ ਮੌਸਮ ਸੀ ਤੇ ਇਸ ਮੌਸਮ 'ਚ ਖਰਬੂਜੇ ਤੇ ਤਰਬੂਜ਼ ਖੂਬ ਵਿਕਦੇ ਸਨ। ਉਸਨੇ ਕਿਹਾ ਕਿ ਮੈਂ ਉਹਨਾਂ ਨੂੰ ਵੇਚਾਂਗੀ ਤੇ ਇਸ ਨਾਲ ਆਪਣਾ ਗੁਜ਼ਾਰਾ ਕਰਾਂਗੀ। ਘੱਟੋ ਘੱਟ ਅਸੀਂ ਆਪਣੇ ਆਤਮ ਨਿਰਭਰ ਤੱਕ ਰਹਾਂਗੇ। ਤੁਸੀਂ ਰੋਜ਼-ਰੋਜ਼ ਭੀਖ ਮੰਗਣ ਜਾਂਦੇ ਹੋ। 10 ਲੋਕ ਤੁਹਾਨੂੰ ਠੁਕਰਾਉਂਦੇ ਹਨ। ਕੋਈ ਇੱਕ ਅੱਧਾ ਤਰਸ ਖਾ ਕੇ ਕੁਝ ਦੇ ਵੀ ਦਿੰਦਾ ਹੈ, ਪਰ ਮੈਥੋਂ ਇਹ ਦੇਖਿਆ ਨਹੀਂ ਜਾਂਦਾ ਕਿ ਲੋਕ ਤੁਹਾਡਾ ਅਪਮਾਨ ਕਰਨ। ਇਸ ਲਈ ਅੱਜ ਤੋਂ ਤੁਸੀਂ ਘਰੇ ਰਹੋ ਤੇ ਮੈਂ ਖਰਬੂਜੇ ਤੇ ਤਰਬੂਜ ਵੇਚਣ ਜਾਇਆ ਕਰਾਂਗੀ। ਸੱਸ ਨੇ ਕਿਹਾ, ਨਹੀਂ ਬਹੂ, ਤੂੰ ਭਲਾ ਕਿੱਥੇ ਜਾਵੇਂਗੀ? ਬਹੂ ਨੇ ਕਿਹਾ, ਮਾਂ ਜੀ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਘਰ ਬੈਠੋ, ਮੈਂ ਸਭ ਕਰ ਲਵਾਂਗੀ। ਉਸਨੇ ਇੱਕ ਟੋਕਰੀ ਵਿੱਚ ਕੁਝ ਤਰਬੂਜ ਤੇ ਖਰਬੂਜੇ ਖਰੀਦ ਕੇ ਰੱਖ ਲਏ ਤੇ ਜੰਗਲ ਦੇ ਰਾਸਤੇ ਇੱਕ ਮੰਦਰ ਸੀ। ਉਹ ਉਸੇ ਮੰਦਰ ਦੇ ਸਾਹਮਣੇ ਬੈਠ ਗਈ। ਉੱਥੋਂ ਲੰਘਣ ਵਾਲੇ ਲੋਕਾਂ ਨੂੰ ਤਰਬੂਜ ਤੇ ਖਰਬੂਜੇ ਬਹੁਤ ਪਸੰਦ ਆਏ, ਇਸ ਲਈ ਹੱਥੋਂ ਹੱਥ ਉਸਦੇ ਖਰਬੂਜੇ ਤੇ ਤਰਬੂਜ ਵਿਕ ਗਏ। ਸਿਰਫ 2 ਖਰਬੂਜੇ ਉਸ ਕੋਲ ਰਹਿ ਗਏ। ਦੋਸਤੋ, ਉਸ ਸਮੇਂ ਉਸ ਰਸਤੇ ਵਿੱਚੋਂ ਭਗਵਾਨ ਭੋਲੇਨਾਥ ਤੇ ਮਾਤਾ ਪਾਰਵਤੀ ਲੰਘ ਰਹੇ ਸੀ। ਮਾਤਾ ਪਾਰਵਤੀ ਕਹਿਣ ਲੱਗੀ, ਪ੍ਰਭੂ, ਦੇਖੋ ਕਿੰਨੇ ਸੋਹਣੇ ਖਰਬੂਜੇ ਹਨ ਤੇ ਇਹਨਾਂ ਦੀ ਸੁਗੰਧ ਵੀ ਕਿੰਨੀ ਚੰਗੀ ਆ ਰਹੀ ਹੈ। ਮੈਂ ਵੀ ਤਰਬੂਜ ਖਾਣਾ ਹੈ। ਭਗਵਾਨ ਬੋਲੇ, ਦੇਵੀ, ਕਿੱਥੇ ਤੂੰ ਇਹਨਾਂ ਤਰਬੂਜਾਂ ਦੇ ਚੱਕਰ ਵਿੱਚ ਪੈ ਗਈ ਹੈ? ਚੱਲ, ਅਸੀਂ ਕੈਲਾਸ਼ ਪਹੁੰਚਣਾ ਹੈ। ਪਾਰਵਤੀ ਨੇ ਕਿਹਾ, ਨਹੀਂ ਨਹੀਂ ਪ੍ਰਭੂ, ਮੈਂ ਤਾਂ ਇਹ ਖਰਬੂਜੇ ਖਾਣੇ ਹਨ।
ਮਾਤਾ ਪਾਰਵਤੀ ਜ਼ਿੱਦ ਕਰਨ ਲੱਗੀ ਤੇ ਕਹਿਣ ਲੱਗੀ, ਦੇਖੋ ਇਹ ਔਰਤ ਖਰਬੂਜੇ ਵੇਚ ਰਹੀ ਹੈ ਤੇ ਇਹ ਤਾਂ ਤੁਹਾਡੀ ਭਗਤ ਹੈ। ਪ੍ਰਭੂ, ਸਾਨੂੰ ਇਸ ਤੋਂ ਖਰਬੂਜੇ ਜ਼ਰੂਰ ਲੈਣੇ ਚਾਹੀਦੇ ਹਨ। ਹੁਣ ਮਾਤਾ ਪਾਰਵਤੀ ਤੇ ਭਗਵਾਨ ਸ਼ਿਵ ਨੇ ਇੱਕ ਬੁੱਢੇ ਤੇ ਬੁੱਢੀ ਦਾ ਰੂਪ ਧਾਰਨ ਕਰ ਲਿਆ ਤੇ ਉਸ ਖਰਬੂਜੇ ਵਾਲੀ ਕੋਲ ਪਹੁੰਚ ਗਏ। ਉਸ ਦੇ ਕੋਲ ਸਿਰਫ 2 ਖਰਬੂਜੇ ਬਚੇ ਸੀ। ਦੋਵੇਂ ਇੱਕ ਦੂਜੇ ਦਾ ਹੱਥ ਫੜਦੇ ਹੋਏ ਉਸ ਦੇ ਕੋਲ ਪਹੁੰਚ ਜਾਂਦੇ ਹਨ ਤੇ ਜਾ ਕੇ ਕਹਿਣ ਲੱਗੇ, ਧੀਏ, ਅਸੀਂ ਦੋਨੋਂ ਭੁੱਖੇ ਹਾਂ ਤੇ ਸਾਨੂੰ ਕੁਝ ਖਰਬੂਜੇ ਖਾਣ ਨੂੰ ਮਿਲਣਗੇ। ਤਾਂ ਕੁਲੱਛਣੀ ਕਹਿਣ ਲੱਗੀ, ਮਾਈ ਤੁਸੀਂ ਬੈਠੋ, ਇੰਨੀ ਗਰਮੀ ਪੈ ਰਹੀ ਹੈ, ਪਹਿਲਾਂ ਪਾਣੀ ਪੀ ਲਓ। ਉਸਦੇ ਕੋਲ ਥੋੜਾ ਜਿਹਾ ਪਾਣੀ ਸੀ। ਪਹਿਲਾਂ ਉਸਨੇ ਭੋਲੇਨਾਥ ਤੇ ਮਾਤਾ ਪਾਰਵਤੀ, ਜੋ ਕਿ ਬਜ਼ੁਰਗ ਬਣੇ ਹੋਏ ਸੀ, ਨੂੰ ਪਾਣੀ ਪਿਲਾਇਆ ਤੇ ਆਰਾਮ ਨਾਲ ਉਹਨਾਂ ਨੂੰ ਬਿਠਾਇਆ। ਉਸ ਤੋਂ ਬਾਅਦ ਇੱਕ ਇੱਕ ਕਰਕੇ ਦੋਵਾਂ ਨੂੰ ਖਰਬੂਜਾ ਖਾਣ ਲਈ ਦਿੱਤਾ। ਦੋਵਾਂ ਨੇ ਖਰਬੂਜੇ ਖਾ ਲਏ ਤੇ ਉਸ ਤੋਂ ਬਾਅਦ ਮਾਤਾ ਪਾਰਵਤੀ ਕਹਿਣ ਲੱਗੀ, ਧੀਏ, ਸਾਡੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ। ਅਸੀਂ ਪੈਸੇ ਕਿੱਥੋਂ ਦੇਵਾਂਗੇ? ਅਸੀਂ ਭੁੱਖੇ ਸੀ, ਇਸ ਲਈ ਖਰਬੂਜੇ ਤਾਂ ਖਾ ਲਏ। ਉਹ ਕਹਿਣ ਲੱਗੀ, ਕੋਈ ਗੱਲ ਨਹੀਂ ਮਾਂ, ਅੱਜ ਮੈਂ ਖਰਬੂਜੇ ਵੇਚਣ ਆਈ ਸੀ ਤੇ ਭੋਲੇਨਾਥ ਦੀ ਕਿਰਪਾ ਨਾਲ ਸਾਰੇ ਖਰਬੂਜੇ ਵਿਕ ਗਏ। ਹੁਣ ਮੇਰੇ ਕੋਲ ਸਿਰਫ ਇਹ 2 ਖਰਬੂਜੇ ਬਚੇ ਸੀ। ਜੇਕਰ ਤੁਸੀਂ ਖਾ ਲਏ ਤਾਂ ਇਹ ਵੀ ਮੇਰੇ ਲਈ ਪੁੰਨ ਦਾ ਕੰਮ ਹੈ। ਤੁਸੀਂ ਤਾਂ ਬੁੱਢੀ ਮਾਂ ਹੋ, ਮੇਰੀ ਕੋਈ ਮਾਂ ਨਹੀਂ ਹੈ ਤੇ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਧੀ ਕਿਹਾ ਹੈ। ਧੀ ਸ਼ਬਦ ਸੁਣਨ ਲਈ ਤਾਂ ਮੇਰੇ ਕੰਨ ਹੀ ਤਰਸ ਗਏ ਸੀ। ਕਦੇ ਮੇਰੇ ਪਿਓ ਨੇ ਵੀ ਮੈਨੂੰ ਧੀ ਕਹਿ ਕੇ ਨਹੀਂ ਬੁਲਾਇਆ। ਤਾਂ ਮਾਤਾ ਪਾਰਵਤੀ ਬਣੀ ਹੋਈ ਬੁੱਢੀ ਮਾਂ ਕਹਿੰਦੀ ਹੈ, ਮੈਂ ਕਾਫੀ ਦੂਰ ਤੋਂ ਚੱਲ ਕੇ ਆਈ ਹਾਂ। ਚੱਲਣ ਕਰਕੇ ਮੇਰਾ ਸਾਹ ਫੁੱਲ ਰਿਹਾ ਹੈ, ਮੇਰੇ ਪੈਰਾਂ ਵਿੱਚ ਬੜਾ ਦਰਦ ਹੋ ਰਿਹਾ ਹੈ। ਇਸ ਤਰ੍ਹਾਂ ਮਾਤਾ ਪਾਰਵਤੀ ਉੱਥੇ ਬਹਿ ਕੇ ਆਪਣਾ ਦਰਦ ਦੱਸਣ ਲੱਗੀ ਤਾਂ ਕੁਲੱਛਣੀ ਨੇ ਕਿਹਾ, ਲਿਆਓ ਮਾਤਾ, ਮੈਂ ਤੁਹਾਡੇ ਪੈਰ ਦਬਾ ਦਿੰਦੀ ਹਾਂ। ਇੰਨਾ ਕਹਿ ਕੇ ਉਹ ਮਾਤਾ ਪਾਰਵਤੀ ਦੇ ਚਰਨ ਦਬਾਉਣ ਲੱਗੀ। ਠੰਡੀ ਹਵਾ ਚੱਲ ਰਹੀ ਸੀ। ਮਾਤਾ ਪਾਰਵਤੀ ਨੂੰ ਨੀਂਦ ਆ ਜਾਂਦੀ ਹੈ। ਜਦੋਂ ਮਾਤਾ ਪਾਰਵਤੀ ਨੂੰ ਨੀਂਦ ਆ ਜਾਂਦੀ ਹੈ ਤਾਂ ਉਹ ਕੁਲੱਛਣੀ ਆਪਣੇ ਪੱਲੋਂ ਨਾਲ ਉਸਨੂੰ ਹਵਾ ਦੇਣ ਲੱਗਦੀ ਹੈ ਤਾਂ ਜੋ ਉਹਨਾਂ ਉੱਪਰ ਕੋਈ ਮੱਖੀ ਮੱਛਰ ਨਾ ਬੈਠੇ। ਦੋਸਤੋ, ਭੋਲੇ ਬਾਬਾ ਵੀ ਉੱਥੇ ਹੀ ਪੈ ਜਾਂਦੇ ਹਨ। ਜਦੋਂ ਪਾਰਵਤੀ ਮਾਤਾ ਦੀ ਅੱਖ ਖੁੱਲੀ ਤਾਂ ਉਹ ਦੋਨੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ, ਧੀਏ, ਤੂੰ ਸਾਡੀ ਬਹੁਤ ਸੇਵਾ ਕੀਤੀ ਹੈ। ਸਾਡੇ ਕੋਲ ਤਾਂ ਤੈਨੂੰ ਦੇਣ ਲਈ ਕੁਝ ਨਹੀਂ ਹੈ, ਅਸੀਂ ਤੈਨੂੰ ਕੀ ਦੇਈਏ? ਉਹ ਕਹਿਣ ਲੱਗੀ, ਕੋਈ ਗੱਲ ਨਹੀਂ ਮਾਂ, ਮੇਰੀ ਕੋਈ ਮਾਂ ਨਹੀਂ ਹੈ। ਤੁਹਾਡੀ ਸੇਵਾ ਕਰਕੇ ਮੈਨੂੰ ਮਾਂ ਵਰਗਾ ਪਿਆਰ ਮਿਲਿਆ। ਇਸ ਤਰ੍ਹਾਂ ਲੱਗਿਆ ਜਿਵੇਂ ਤੁਸੀਂ ਮੇਰੀ ਮਾਂ ਹੋ। ਤਾਂ ਮਾਤਾ ਪਾਰਵਤੀ ਕਹਿੰਦੀ ਹੈ, ਚੰਗਾ ਧੀਏ, ਹੁਣ ਮੈਂ ਚੱਲਦੀ ਹਾਂ। ਤੇ ਜਾਂਦੇ ਹੋਏ ਮਾਤਾ ਪਾਰਵਤੀ ਨੇ ਭੋਲੇਨਾਥ ਨੂੰ ਕਿਹਾ, ਪ੍ਰਭੂ, ਅੱਜ ਤੁਹਾਡੀ ਝੋਲੀ ਵਿੱਚ ਕੁਝ ਹੈ ਤਾਂ ਇਸ ਵਿਚਾਰੀ ਨੂੰ ਦੇ ਦਿਓ। ਇਹ ਵਿਚਾਰੀ ਬੜੀ ਹੀ ਗਰੀਬ ਹੈ ਤੇ ਇਸ ਦੇ ਪਿਤਾ ਨੇ ਇਸ ਦੇ ਨਾਲ ਚੰਗਾ ਨਹੀਂ ਕੀਤਾ। ਤਾਂ ਭੋਲੇਨਾਥ ਬੋਲੇ, ਦੇਵੀ, ਮੇਰੇ ਕੋਲ ਤਾਂ ਮੇਰੀ ਝੋਲੀ 'ਚ ਭਾਂਗ ਦਤੂਰਾ ਤੇ ਸਿਰਫ ਵਿਭੂਤੀ ਹੈ, ਇਸ ਨਾਲ ਇਸ ਦਾ ਕੀ ਹੋਵੇਗਾ? ਮਾਤਾ ਪਾਰਵਤੀ ਬੋਲੀ, ਪ੍ਰਭੂ, ਲੋਕਾਂ ਦਾ ਭਲਾ ਤਾਂ ਤੁਹਾਡੇ ਭਲਾ ਕਹਿਣ ਨਾਲ ਹੀ ਹੋ ਜਾਂਦਾ ਹੈ। ਫਿਰ ਵੀ ਮਨ ਸਮਝਾਉਣ ਲਈ ਮਾਤਾ ਪਾਰਵਤੀ ਨੇ ਭੋਲੇਨਾਥ ਦੀ ਝੋਲੀ 'ਚੋਂ ਕੁਝ ਵਿਭੂਤੀ ਕੱਢੀ ਤੇ ਉਸ ਵਿਚਾਰੀ ਨੂੰ ਦੇ ਦਿੱਤੀ। ਉਹ ਵਿਭੂਤੀ ਉਸਨੇ ਆਪਣੀ ਸਾੜੀ ਦੇ ਪੱਲੂ ਵਿੱਚ ਬਣ ਕੇ ਰੱਖ ਲਈ ਤੇ ਸ਼ਾਮ ਨੂੰ ਜਦੋਂ ਆਪਣੇ ਘਰ ਪਹੁੰਚੀ ਤਾਂ ਆਪਣੀ ਸੱਸ ਨੂੰ ਕਹਿੰਦੀ ਹੈ, ਮਾਂ ਜੀ, ਅੱਜ ਇੱਕ ਬੁੱਢੀ ਮਾਂ ਤੇ ਬੁੱਢੇ ਬਾਬਾ ਦੀ ਸੇਵਾ ਕਰਕੇ ਮੈਨੂੰ ਅਪਾਰ ਸੁੱਖ ਮਿਲਿਆ ਤੇ ਦੇਖੋ ਮਾਂ, ਅੱਜ ਦੀ ਕਮਾਈ, ਅੱਜ ਮੇਰੇ ਸਾਰੇ ਖਰਬੂਜੇ ਵਿਕ ਗਏ। ਮਾਂ, ਹੁਣ ਤੁਹਾਨੂੰ ਤੇ ਮੇਰੇ ਪਤੀ ਨੂੰ ਕਿਤੇ ਵੀ ਭੀਖ ਮੰਗਣ ਦੀ ਜ਼ਰੂਰਤ ਨਹੀਂ। ਹੁਣ ਅਸੀਂ ਮਿਹਨਤ ਨਾਲ ਕੰਮ ਕਰਕੇ ਆਪਣਾ ਗੁਜ਼ਾਰਾ ਕਰਾਂਗੇ ਤੇ ਭੋਲੇ ਬਾਬਾ ਦੀ ਕਿਰਪਾ ਰਹੀ ਤਾਂ ਅਸੀਂ ਇੱਜ਼ਤ ਦੀ ਜ਼ਿੰਦਗੀ ਜੀਵਾਂਗੇ। ਤਾਂ ਉਸਦੀ ਸੱਸ ਕਹਿਣ ਲੱਗੀ, ਧੀਏ, ਮੈਂ ਤੇਰੇ ਵਰਗੀ ਬਹੂ ਪਾ ਕੇ ਨਿਹਾਲ ਹੋ ਗਈ। ਮੈਂ ਤਾਂ ਕਦੇ ਸੋਚਿਆ ਨਹੀਂ ਸੀ ਕਿ ਕਦੇ ਮੇਰੇ ਪੁੱਤ ਦਾ ਵਿਆਹ ਹੋਵੇਗਾ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪੁੱਤ ਦੇ ਨਸੀਬ 'ਚ ਇੰਨੀ ਸੰਸਕਾਰੀ ਤੇ ਲక్ష్ਮੀ ਵਰਗੀ ਬਹੂ ਲਿਖੀ ਹੋਵੇਗੀ। ਮੈਂ ਤਾਂ ਭਗਵਾਨ ਦੀ ਬਹੁਤ ਰਿਣੀ ਹਾਂ ਕਿ ਭਗਵਾਨ ਨੇ ਮੇਰੇ ਬੇਟੇ ਦੀ ਕਿਸਮਤ 'ਚ ਤੈਨੂੰ ਲਿਖ ਦਿੱਤਾ। ਬਹੂ ਕਹਿਣ ਲੱਗੀ, ਮਾਂ, ਅੱਜ ਇੱਕ ਬੁੱਢੇ ਬਾਬਾ ਤੇ ਇੱਕ ਬੁੱਢੀ ਮਾਂ ਮਿਲੇ ਸਨ। ਉਹਨਾਂ ਨੇ ਮੈਨੂੰ ਇਹ ਵਿਭੂਤੀ ਦਿੱਤੀ ਹੈ, ਮੈਂ ਇਸ ਦਾ ਕੀ ਕਰਾਂ? ਤਾਂ ਉਸਦੀ ਸੱਸ ਬੋਲੀ, ਬਹੂ, ਥੋੜਾ ਰੁਕ, ਅਜੇ ਮੇਰਾ ਪੁੱਤ ਆਉਂਦਾ ਹੋਵੇਗਾ, ਜਿਵੇਂ ਉਹ ਕਹੇਗਾ ਤੂੰ ਉਵੇਂ ਹੀ ਕਰੀ। ਦੋਸਤੋ, ਸ਼ਾਮ ਨੂੰ ਜਦੋਂ ਉਸਦਾ ਪਤੀ ਆਇਆ ਤਾਂ ਉਹ ਕਹਿਣ ਲੱਗੀ, ਸਵਾਮੀ, ਅੱਜ ਮੈਨੂੰ ਇਹ ਵਿਭੂਤੀ ਇੱਕ ਬੁੱਢੇ ਬਾਬਾ ਤੇ ਇੱਕ ਬੁੱਢੀ ਮਾਂ ਨੇ ਦਿੱਤੀ ਹੈ, ਇਸ ਦਾ ਮੈਂ ਕੀ ਕਰਾਂ? ਤਾਂ ਉਸਦਾ ਪਤੀ ਕਹਿਣ ਲੱਗਿਆ, ਇੱਕ ਕੰਮ ਕਰ, ਘਰ ਦੇ ਚਾਰੇ ਪਾਸੇ ਕੋਨਿਆਂ 'ਚ ਇਸ ਨੂੰ ਛਿੜਕ ਦੇ ਤੇ ਜੋ ਬਚੇ ਉਸ ਨੂੰ ਸੰਦੂਕ 'ਚ ਰੱਖ ਕੇ ਤੇ ਥੋੜੀ ਬਹੁਤ ਵਿਭੂਤੀ ਸਾਡੇ ਜੋ ਤੁਲਸੀ ਦਾ ਗਮਲਾ ਹੈ ਉਸ ਵਿੱਚ ਰੱਖ ਦੇ। ਉਹ ਕਹਿਣ ਲੱਗੀ, ਠੀਕ ਹੈ, ਮੈਂ ਇਸ ਤਰ੍ਹਾਂ ਹੀ ਕਰਾਂਗੀ। ਤੇ ਉਸਨੇ ਇਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ
ਉਸਦੇ ਪਤੀ ਨੇ ਕਿਹਾ ਸੀ। ਰਾਤ ਨੂੰ ਖਾਣਾ ਬਣਾ ਕੇ ਉਸਨੇ ਆਪਣੀ ਸੱਸ ਨੂੰ ਖਵਾਇਆ ਤੇ ਫਿਰ ਪਤੀ ਨੂੰ ਖਵਾਇਆ। ਫਿਰ ਖੁਦ ਖਾ ਕੇ ਘਰ ਦੀ ਸਾਫ਼ ਸਫਾਈ ਕਰਕੇ ਸੋ ਗਈ। ਸਵੇਰੇ ਉੱਠੀ ਤਾਂ ਉਹ ਦੇਖਦੀ ਹੈ ਕਿ ਉਸਦੀ ਝੌਂਪੜੀ ਦੀ ਜਗ੍ਹਾ ਤਾਂ ਬਹੁਤ ਸੋਹਣਾ ਮਹਿਲ ਬਣ ਗਿਆ ਤੇ ਚਾਰੇ ਕੋਨਿਆਂ 'ਚ ਹੀਰੇ ਮੋਤੀ ਚਮਕ ਰਹੇ ਸੀ। ਧਨ ਦੇ ਬਹੁਤ ਸਾਰੇ ਢੇਰ ਲੱਗੇ ਹੋਏ ਸੀ। ਇਹ ਸਭ ਦੇਖ ਕੇ ਉਸਨੂੰ ਬੜੀ ਹੈਰਾਨੀ ਹੋਈ। ਉਹ ਭੱਜੀ ਭੱਜੀ ਆਪਣੀ ਸੱਸ ਕੋਲ ਗਈ ਤੇ ਕਹਿੰਦੀ, ਮਾਂ ਜੀ ਉੱਠੋ, ਦੇਖੋ ਕੀ ਚਮਤਕਾਰ ਹੋ ਗਿਆ। ਉਸਦੀ ਸੱਸ ਨੇ ਜਦੋਂ ਅੱਖਾਂ ਖੋਲੀਆਂ ਤਾਂ ਉਸਨੇ ਦੇਖਿਆ ਕਿ ਉਸਦਾ ਘਰ ਤਾਂ ਪਹਿਚਾਣ ਵਿੱਚ ਨਹੀਂ ਆ ਰਿਹਾ। ਉਹ ਕਹਿਣ ਲੱਗੀ, ਬਹੂ, ਕਿ ਅਸੀਂ ਤੇਰੇ ਪੇਕੇ ਆ ਗਏ ਹਾਂ। ਅੱਜ ਤੱਕ ਤਾਂ ਤੇਰੇ ਪਿਓ ਨੇ ਕਦੇ ਮੁੜ ਕੇ ਵੀ ਨਹੀਂ ਦੇਖਿਆ, ਪਰ ਮੈਂ ਤਾਂ ਸੁੱਤੀ ਹੋਈ ਸੀ। ਤੇਰੇ ਪਿਓ ਦਾ ਦਿਲ ਕਿਵੇਂ ਪਸੀਜ ਗਿਆ। ਤਾਂ ਉਹ ਕੁਲੱਛਣੀ ਕਹਿੰਦੀ ਹੈ ਕਿ ਨਹੀਂ ਮਾਂ, ਇਹ ਮੇਰੇ ਪਿਓ ਦਾ ਘਰ ਨਹੀਂ ਹੈ, ਇਹ ਤਾਂ ਸਾਡਾ ਘਰ ਹੈ। ਦੇਖੋ, ਸ਼ਾਇਦ ਭੋਲੇ ਬਾਬਾ ਤੇ ਮਾਤਾ ਪਾਰਵਤੀ ਦੀ ਕਿਰਪਾ ਹੋਈ ਹੈ। ਉਹਨਾਂ ਦੀ ਕਿਰਪਾ ਨਾਲ ਮੇਰੀ ਕਿਸਮਤ ਬਦਲ ਗਈ ਹੈ। ਸ਼ਾਇਦ ਜੋ ਕੱਲ ਬੁੱਢੇ ਬਾਬਾ ਤੇ ਬੁੱਢੀ ਮਾਂ ਮੇਰੇ ਕੋਲ ਆਏ ਸੀ, ਉਹ ਖੁਦ ਭੋਲੇ ਬਾਬਾ ਤੇ ਮਾਂ ਪਾਰਵਤੀ ਹੀ ਹੋਣਗੇ, ਜਿਨ੍ਹਾਂ ਨੂੰ ਮੈਂ ਪਹਿਚਾਨ ਨਹੀਂ ਸਕੀ। ਉਹ ਰੋਣ ਲੱਗੀ ਕਿ ਭਗਵਾਨ ਖੁਦ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਪਹਿਚਾਨ ਨਾ ਸਕੀ। ਉਹਦੀ ਸੱਸ ਨੇ ਉਸਨੂੰ ਧੀਰਜ ਦਿਵਾਇਆ। ਇੰਨੇ 'ਚ ਉਸਦੇ ਪਤੀ ਦੀ ਅੱਖ ਖੁੱਲ ਗਈ ਤੇ ਉਹ ਚੀਕਦਾ ਹੋਇਆ ਬੋਲਿਆ ਕਿ ਮੈਂ ਆਪਣੀਆਂ ਅੱਖਾਂ ਨਾਲ ਕੀ ਦੇਖ ਰਿਹਾ ਹਾਂ, ਹੁਣ ਤਾਂ ਮੈਨੂੰ ਦਿਖਾਈ ਦੇ ਰਿਹਾ ਹੈ। ਉਹ ਆਪਣੀ ਮਾਂ ਨੂੰ ਬੋਲਿਆ, ਮਾਂ ਦੇਖੋ, ਮੈਨੂੰ ਸਭ ਦਿਖਾਈ ਦੇ ਰਿਹਾ ਹੈ, ਹੁਣ ਮੈਂ ਅੰਨਾ ਨਹੀਂ ਰਿਹਾ। ਇਹ ਦੇਖ ਕੇ ਕੁਲੱਛਣੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਸਦੇ ਪਤੀ ਦੀਆਂ ਅੱਖਾਂ ਠੀਕ ਹੋ ਗਈਆਂ ਸਨ। ਇਹ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ, ਕਿਉਂਕਿ ਉਹ ਧਨ ਦੌਲਤ ਪਾ ਕੇ ਇੰਨੀ ਖੁਸ਼ ਨਹੀਂ ਹੋਈ ਸੀ ਜਿੰਨੀ ਉਹ ਆਪਣੇ ਪਤੀ ਨੂੰ ਦੇਖ ਕੇ ਖੁਸ਼ ਹੋਈ ਸੀ। ਭਗਵਾਨ ਦੀ ਕਿਰਪਾ ਨਾਲ ਉਸਦਾ ਪਤੀ ਕਿਸੇ ਰਾਜਾ ਤੋਂ ਘੱਟ ਨਹੀਂ ਲੱਗ ਰਿਹਾ ਸੀ। ਹੁਣ ਉਹਨਾਂ ਨੇ ਆਪਣੇ ਘਰ ਵਿੱਚ ਕਥਾ ਕਰਵਾਈ ਤੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ। ਇੱਕ ਸੱਦਾ ਉਸਦੇ ਪੇਕੇ ਵਾਲਿਆਂ ਨੂੰ ਵੀ ਭੇਜਿਆ ਗਿਆ ਤੇ ਇੱਕ ਚਿੱਠੀ ਉਸਦੀ ਭੈਣ ਸੁਭਾਗਵਤੀ ਦੇ ਘਰ ਵੀ ਭਿਜਵਾਈ ਗਈ। ਸੱਦਾ ਪਾ ਕੇ ਉਸਦੀ ਮਤਰੇਈ ਮਾਂ ਤੇ ਪਿਓ ਵੀ ਆ ਗਏ, ਪਰ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਉਹ ਆਪਣੀ ਧੀ ਦੇ ਹਾਲਾਤਾਂ ਤੇ ਹੱਸਣ ਲਈ ਉੱਥੇ ਆਏ ਸੀ, ਪਰ ਉੱਥੇ ਪਹੁੰਚ ਕੇ ਉਸਦੇ ਪਿਤਾ ਨੂੰ ਸ਼ਰਮ ਨਾਲ ਆਪਣਾ ਸਿਰ ਨੀਵਾਂ ਕਰਨਾ ਪੈ ਗਿਆ ਤੇ ਸੋਚਣ ਲੱਗਿਆ ਕਿ ਮੈਂ ਆਪਣੀ ਧੀ ਦੇ ਨਾਲ ਚੰਗਾ ਨਹੀਂ ਕੀਤਾ। ਪਰ ਉਸਦਾ ਨਸੀਬ ਦੇਖੋ ਕਿੰਨਾ ਚੰਗਾ ਹੈ। ਨਸੀਬ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਮੇਰੇ ਚਾਹੁਣ ਨਾਲ ਕੀ ਹੁੰਦਾ ਹੈ, ਜਦੋਂ ਭਗਵਾਨ ਨੇ ਉਸਦੇ ਨਸੀਬ 'ਚ ਕਿੰਨਾ ਕੁਝ ਲਿਖ ਦਿੱਤਾ ਹੋਵੇ। ਹੁਣ ਉਸਦੇ ਮਾਂ-ਪਿਓ ਨੂੰ ਬੜਾ ਅਫਸੋਸ ਹੋ ਰਿਹਾ ਸੀ। ਜਦੋਂ ਉਸਦੇ ਪਿਓ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਤਾਂ ਜਾਣ ਬੁੱਝ ਕੇ ਇੱਕ ਅੰਨੇ ਤੇ ਭਿਖਾਰੀ ਮੁੰਡੇ ਨਾਲ ਉਸਦਾ ਵਿਆਹ ਕੀਤਾ ਸੀ। ਇਸੇ ਪਾਪ ਕਰਕੇ ਉਸਦਾ ਪਿਓ ਤੇ ਮਤਰੇਈ ਮਾਂ ਦੋਨੋਂ ਕੋੜੀ ਹੋ ਗਏ ਸੀ। ਬਹੁਤ ਇਲਾਜ ਕਰਵਾਉਣ ਤੋਂ ਬਾਅਦ ਵੀ ਠੀਕ ਨਾ ਹੋਏ। ਉਹਨਾਂ ਦਾ ਰਾਜ ਪਾਟ ਸਭ ਮਿੱਟੀ ਵਿੱਚ ਮਿਲ ਗਿਆ। ਪ੍ਰਜਾ ਵਿੱਚ ਰਾਜਾ ਦੇ ਪ੍ਰਤੀ ਰੋਸ਼ ਪੈਦਾ ਹੋ ਗਿਆ, ਕਿਉਂਕਿ ਜਦੋਂ ਰਾਜ ਕਰਨ ਵਾਲਾ ਰਾਜਾ ਹੀ ਮਜ਼ਬੂਤ ਨਾ ਹੋਵੇ ਤਾਂ ਰਾਜਧਾਨੀ ਗਰੀਬ ਹੀ ਹੋ ਜਾਵੇਗੀ। ਉਸਦੇ ਰਾਜ ਵਿੱਚ ਲੋਕ ਡਾਕੇ ਮਾਰਨ ਲੱਗੇ। ਉਸਦਾ ਪਿਓ ਨਾਮ ਦਾ ਹੀ ਰਾਜਾ ਰਹਿ ਗਿਆ ਸੀ। ਦੋਸਤੋ, ਉਸਦੀ ਭੈਣ ਸੁਭਾਗਵਤੀ ਆਈ ਤਾਂ ਉਹ ਪਹਿਲਾਂ ਤੋਂ ਹੀ ਹੰਕਾਰੀ ਸੀ। ਉਹ ਪਹਿਲਾਂ ਹੀ ਕੁਲੱਛਣੀ ਨੂੰ ਗੱਲ-ਗੱਲ ਤੇ ਤਾਨੇ ਮਾਰਿਆ ਕਰਦੀ ਸੀ। ਜਦੋਂ ਉਹ ਆਈ ਤਾਂ ਉਸਨੇ ਆਪਣੀ ਭੈਣ ਦੀ ਸ਼ਾਨੋ ਸ਼ੌਕਤ ਦੇਖੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਉਹ ਸੋਚਣ ਲੱਗੀ, ਕਿੱਥੇ ਮੈਂ ਇੱਕ ਚੱਕਰਵਰਤੀ ਸਮਰਾਟ ਦੀ ਪਤਨੀ ਹਾਂ। ਮੇਰਾ ਇੰਨੇ ਵੱਡੇ ਮਹਿਲ 'ਚ ਵੀ ਉਹ ਸੁੱਖ ਸਾਧਨ ਨਹੀਂ ਹਨ ਜੋ ਕਿ ਇਸ ਦੇ ਮਹਿਲ ਵਿੱਚ ਹਨ। ਆਪਣੀ ਭੈਣ ਦੀ ਸ਼ਾਨੋ ਸ਼ੌਕਤ ਦੇਖ ਕੇ ਉਹ ਬੇਚੈਨ ਹੋਣ ਲੱਗੀ ਤੇ ਕਹਿਣ ਲੱਗੀ ਕਿ ਕੁਲੱਛਣੀ, ਤੈਨੂੰ ਇਹ ਸਭ ਕਿੱਥੋਂ ਮਿਲਿਆ? ਤਾਂ ਕੁਲੱਛਣੀ ਨੇ ਸਾਰੀ ਗੱਲ ਆਪਣੀ ਭੈਣ ਨੂੰ ਦੱਸੀ। ਸੁਭਾਗਵਤੀ ਇਹ ਸੁਣ ਕੇ ਬੁਖਲਾ ਗਈ। ਉਸਦੇ ਮਨ ਵਿੱਚ ਲਾਲਚ ਆ ਜਾਂਦਾ ਹੈ। ਉਹ ਕਿਸੇ ਵੀ ਕੀਮਤ ਤੇ ਆਪਣੀ ਭੈਣ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਸੀ, ਪਰ ਜਿਸ ਨੂੰ ਭਗਵਾਨ ਉੱਚਾ ਉਠਾਉਣਾ ਚਾਹੁੰਦਾ ਹੋਵੇ ਉਸ ਨੂੰ ਕੌਣ ਰੋਕ ਸਕਦਾ ਹੈ। ਉਹ ਭਗਵਾਨ ਕਿਸ ਨੂੰ ਕਦੋਂ ਕੀ ਬਣਾ ਦੇਵੇ ਕੋਈ ਨਹੀਂ ਜਾਣਦਾ। ਸੁਭਾਗਵਤੀ ਨੇ ਵੀ ਆਪਣੇ ਪਤੀ ਨੂੰ ਕਿਹਾ ਕਿ ਮੈਂ ਵੀ ਖਰਬੂਜੇ ਵੇਚਣ ਜਾਵਾਂਗੀ। ਉਸਦਾ ਪਤੀ ਕਹਿਣ ਲੱਗਿਆ, ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ? ਸਾਡੇ ਰਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਤੇ ਤੇਰੀ ਭੈਣ ਇੰਨੀ ਗਰੀਬ ਸੀ। ਉਸਦੀ ਸੱਚੀ ਸ਼ਰਧਾ ਤੇ ਭਗਤੀ ਦੇਖ ਕੇ ਉਸ ਤੇ ਭਗਵਾਨ ਨੇ ਕਿਰਪਾ ਕੀਤੀ ਹੈ। ਤੂੰ ਕਿਉਂ ਜਲ ਰਹੀ ਹੈ? ਤੇਰੇ ਕੋਲ ਕਿਸ ਚੀਜ਼ ਦੀ ਕਮੀ ਹੈ? ਪਰ ਉਹ ਨਾ ਮੰਨੀ ਤੇ ਕਹਿਣ ਲੱਗੀ, ਮੈਂ ਤਾਂ ਖਰਬੂਜੇ ਵੇਚਣ ਜਾਵਾਂਗੀ ਹੀ। ਤਾਂ ਉਸਦਾ ਪਤੀ ਕਹਿਣ ਲੱਗਿਆ, ਠੀਕ ਹੈ, ਜੇਕਰ ਨਹੀਂ ਮੰਨਦੀ ਤਾਂ ਚਲੀ ਜਾ। ਦੋਸਤੋ, ਉਸਨੇ ਇੱਕ ਟੋਕਰੀ ਵਿੱਚ ਖਰਬੂਜੇ ਭਰ ਲਏ ਤੇ ਇੱਕ ਮੰਦਰ ਦੇ ਕੋਲ ਜਾ ਕੇ ਬੈਠ ਕੇ ਵੇਚਣ ਲੱਗੀ। ਸੰਜੋਗ ਨਾਲ ਉਸ ਦਿਨ ਵੀ ਮਾਂ ਪਾਰਵਤੀ ਤੇ ਭੋਲੇ ਬਾਬਾ ਉਧਰੋਂ ਜਾ ਰਹੇ ਸੀ। ਖਰਬੂਜੇ ਬੜੇ ਹੀ ਤਾਜ਼ਾ ਤਾਜ਼ਾ ਸੀ। ਪਾਰਵਤੀ ਮਾਂ ਫਿਰ ਬੋਲੇ ਕਿ ਮੈਂ ਖਰਬੂਜੇ ਖਾਣੇ ਹਨ।
ਗਰਮੀ ਦਾ ਮੌਸਮ ਹੈ ਤੇ ਖਰਬੂਜੇ ਵੀ ਕਿੰਨੇ ਸੋਹਣੇ ਹਨ। ਭੋਲੇ ਬਾਬਾ ਨੇ ਸਮਝਾਇਆ, ਪਰ ਉਹ ਨਾ ਮੰਨੀ। ਉਸ ਨੂੰ ਸੁਭਾਗਵਤੀ ਦੇ ਵੀ ਖਰਬੂਜੇ ਪਸੰਦ ਆ ਰਹੇ ਸੀ। ਹੁਣ ਉਹਨਾਂ ਨੇ ਫਿਰ ਤੋਂ ਬਜ਼ੁਰਗਾਂ ਦਾ ਭੇਸ਼ ਬਣਾਇਆ ਤੇ ਉਸਦੇ ਕੋਲ ਪਹੁੰਚ ਗਏ। ਉਸ ਦਿਨ ਸੁਭਾਗਵਤੀ ਤਾਂ ਇੱਕ ਵੀ ਖਰਬੂਜਾ ਨਹੀਂ ਵਿਕਿਆ ਸੀ। ਮਾਂ ਪਾਰਵਤੀ ਕਹਿਣ ਲੱਗੀ, ਧੀਏ, ਬਹੁਤ ਭੁੱਖ ਲੱਗੀ ਹੈ। ਗਰਮੀ ਦੇ ਮਾਰੇ ਦਮ ਨਿਕਲ ਰਿਹਾ ਹੈ। ਬਹੁਤ ਪਿਆਸ ਲੱਗੀ ਹੈ। ਥੋੜਾ ਪਾਣੀ ਪਿਆ ਦੇ ਤੇ ਖਰਬੂਜੇ ਵੀ ਖਾਣ ਨੂੰ ਦੇ ਦੇ। ਤਾਂ ਸੁਭਾਗਵਤੀ ਕਹਿਣ ਲੱਗੀ, ਹਟੋ ਇੱਥੋਂ। ਉਂਝ ਵੀ ਸਵੇਰ ਦੀ ਬੋਣੀ ਤੱਕ ਨਹੀਂ ਹੋਈ। ਪਤਾ ਨਹੀਂ ਕਿੱਥੋਂ ਇਹ ਭਿਖਾਰੀ ਆ ਜਾਂਦੇ ਹਨ ਮੰਗਣ ਲਈ। ਹੁਣ ਮਾਂ ਪਾਰਵਤੀ ਤੇ ਭਗਵਾਨ ਸ਼ਿਵ ਇੱਕ ਦੂਜੇ ਵੱਲ ਦੇਖਣ ਲੱਗਦੇ ਹਨ ਤੇ ਮਨ ਹੀ ਮਨ ਮੁਸਕਰਾ ਉੱਠੇ ਤੇ ਉੱਥੇ ਹੀ ਬੈਠ ਗਏ। ਸੁਭਾਗਵਤੀ ਡੰਡਾ ਚੁੱਕ ਕੇ ਉਹਨਾਂ ਨੂੰ ਕਹਿਣ ਲੱਗੀ, ਹਟੋ, ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਕਿ ਮੈਂ ਇੱਥੇ ਖਰਬੂਜੇ ਵੇਚਣ ਆਈ ਹਾਂ। ਤੁਹਾਨੂੰ ਦੇਖ ਕੇ ਕੋਈ ਵੀ ਮੇਰੇ ਖਰਬੂਜੇ ਖਰੀਦਣ ਨਹੀਂ ਆਵੇਗਾ। ਹਾਲੇ ਤੱਕ ਮੇਰਾ ਇੱਕ ਵੀ ਖਰਬੂਜਾ ਨਹੀਂ ਵਿਕਿਆ ਹੈ। ਹੁਣ ਜਦੋਂ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਆਉਣਗੇ ਤਾਂ ਮੈਂ ਉਹਨਾਂ ਕਿਵੇਂ ਖਰਬੂਜਾ ਖਵਾਵਾਂਗੀ। ਤੁਸੀਂ ਪਿੱਛੇ ਹਟ ਜਾਓ। ਦੋਸਤੋ, ਸੁਭਾਗਵਤੀ ਨੇ ਉਹਨਾਂ ਨੂੰ ਇੱਕ ਵੀ ਖਰਬੂਜਾ ਨਾ ਦਿੱਤਾ। ਸਵੇਰ ਤੋਂ ਸ਼ਾਮ ਹੋ ਗਈ। ਭਗਵਾਨ ਸ਼ਿਵ ਤੇ ਮਾਂ ਪਾਰਵਤੀ ਉੱਥੇ ਨਾ ਆਏ। ਉਹ ਉੱਠ ਕੇ ਚੱਲਣ ਲੱਗੀ ਤੇ ਕਹਿਣ ਲੱਗੀ, ਹੁਣ ਮੈਂ ਜਾ ਰਹੀ ਹਾਂ। ਜਦੋਂ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਨਾ ਆਏ ਤਾਂ ਉਸਨੇ ਉਸ ਬੁੱਢੀ ਨੂੰ ਹੀ ਕਿਹਾ ਕਿ ਹੇ ਬੁੱਢੀ ਮਾਂ, ਤੁਸੀਂ ਮੈਨੂੰ ਥੋੜੀ ਜਿਹੀ ਵਿਭੂਤੀ ਦੇ ਦਿਓ। ਤਾਂ ਪਾਰਵਤੀ ਮਾਂ ਭਗਵਾਨ ਸ਼ਿਵ ਨੂੰ ਕਹਿਣ ਲੱਗੀ ਕਿ ਹੇ ਪ੍ਰਭੂ, ਇਸ ਨੂੰ ਥੋੜੀ ਜਿਹੀ ਵਿਭੂਤੀ ਦੇ ਦਿਓ। ਸ਼ੰਕਰ ਜੀ ਨੇ ਆਪਣੇ ਝੋਲੇ 'ਚ ਹੱਥ ਪਾਇਆ ਤੇ ਉਸਨੂੰ ਕੱਢ ਕੇ ਵਿਭੂਤੀ ਦੇ ਦਿੱਤੀ। ਸੋ ਭਾਗਵਤੀ ਖੁਸ਼ੀ-ਖੁਸ਼ੀ ਆਪਣੇ ਘਰ ਆਈ ਤੇ ਆਪਣੇ ਪਤੀ ਨੂੰ ਬੋਲੀ, ਦੇਖੋ, ਮੈਂ ਵਿਭੂਤੀ ਲੈ ਕੇ ਆਈ ਹਾਂ। ਹੁਣ ਇਸ ਦਾ ਕੀ ਕਰਨਾ ਹੈ? ਇੰਨਾ ਕਹਿ ਕੇ ਉਸਨੇ ਸਾਰੀ ਵਿਭੂਤੀ ਆਪਣੇ ਘਰ ਵਿੱਚ ਛਿੜਕ ਦਿੱਤੀ ਤੇ ਥੋੜੀ ਜਿਹੀ ਤੁਲਸੀ ਦੇ ਗਮਲੇ ਵਿੱਚ ਪਾ ਦਿੱਤੀ। ਸ਼ਾਮ ਨੂੰ ਖਾਣਾ ਖਾ ਕੇ ਸੋ ਗਈ। ਪਹਿਲਾਂ ਤਾਂ ਉਸਨੂੰ ਸਾਰੀ ਰਾਤ ਨੀਂਦ ਨਾ ਆਈ ਤੇ ਜਦੋਂ ਸਵੇਰੇ ਉੱਠੀ ਤਾਂ ਉਸਨੇ ਸੋਚਿਆ ਕਿ ਘਰ 'ਚ ਬਹੁਤ ਸਾਰੇ ਹੀਰੇ ਮੋਤੀ ਪਏ ਮਿਲਣਗੇ। ਇਹ ਸੋਚ ਕੇ ਉਹ ਬੜੀ ਖੁਸ਼ ਹੋ ਰਹੀ ਸੀ, ਪਰ ਜਿਵੇਂ ਹੀ ਉਹ ਸਵੇਰੇ ਉੱਠੀ ਤਾਂ ਦੇਖਦੀ ਹੈ ਕਿ ਉਸਦੇ ਮਹਿਲ ਦੀ ਜਗ੍ਹਾ ਇੱਕ ਝੌਂਪੜੀ ਬਣ ਗਈ ਤੇ ਜਗ੍ਹਾ ਕੀੜੇ ਮਕੌੜੇ ਫਿਰ ਰਹੇ ਸੀ। ਹੁਣ ਤਾਂ ਸੁਭਾਗਵਤੀ ਰੋਣ ਲੱਗੀ ਤੇ ਆਪਣੀ ਭੈਣ ਨੂੰ ਵੀ ਬੁਰਾ ਭਲਾ ਕਹਿਣ ਲੱਗੀ ਕਿ ਇਸਨੇ ਇਹ ਕੀ ਕਰਵਾ ਦਿੱਤਾ। ਹੁਣ ਉਸਦਾ ਪਤੀ ਉਸਨੂੰ ਸਮਝਾਉਣ ਲੱਗਿਆ, ਦੇਖ, ਤੂੰ ਲਾਲਚ ਚਾ ਕੇ ਸਭ ਕੀਤਾ ਹੈ, ਇਸ ਲਈ ਤੇਰੇ ਨਾਲ ਇਸ ਤਰ੍ਹਾਂ ਹੋਇਆ ਹੈ। ਤੇਰੀ ਭੈਣ ਦਿਲ ਤੋਂ ਬਹੁਤ ਚੰਗੀ ਹੈ ਤੇ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਭਗਵਾਨ ਨੇ ਉਸਦੀ ਭਗਤੀ ਦੇਖ ਕੇ ਉਸ ਤੇ ਕਿਰਪਾ ਕੀਤੀ ਹੈ, ਪਰ ਤੂੰ ਲਾਲਚ ਵਿੱਚ ਜੋ ਆਪਣੇ ਕੋਲ ਸੀ ਉਹ ਵੀ ਗਵਾ ਲਿਆ। ਸਾਡੇ ਕੋਲ ਜੋ ਕੁਝ ਹੁੰਦਾ ਹੈ ਸਾਨੂੰ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ। ਉਸਦੇ ਪਤੀ ਨੇ ਉਸਨੂੰ ਖੂਬ ਸਮਝਾਇਆ, ਪਰ ਉਹ ਆਪਣੀ ਭੈਣ ਕੁਲੱਛਣੀ ਨੂੰ ਕੋਸਣ ਲੱਗੀ। ਇਹ ਖਬਰ ਉਸਦੇ ਪੇਕੇ ਪਹੁੰਚ ਜਾਂਦੀ ਹੈ ਤੇ ਰਾਜਾ ਰਾਣੀ ਜੋ ਕੋੜੀ ਹੋ ਗਏ ਸੀ ਉਸਨੂੰ ਦੇਖਣ ਲਈ ਆਉਂਦੇ ਹਨ। ਆਪਣੇ ਮਾਂ-ਪਿਓ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਸੁਭਾਗਵਤੀ ਕਹਿਣ ਲੱਗੀ, ਦੂਰ ਹਟ ਜਾਓ ਤੇ ਮੇਰੇ ਘਰ ਦੇ ਅੰਦਰ ਨਾ ਆਓ। ਇਹੋ ਜਿਹੇ ਮਾਂ-ਬਾਪ ਦੀ ਮੈਨੂੰ ਜ਼ਰੂਰਤ ਨਹੀਂ ਹੈ ਜੋ ਇੰਨੇ ਗੰਦੇ ਹੋਣ ਤੇ ਰੋਗਾਂ ਨਾਲ ਪੀੜਿਤ ਹੋਣ। ਮੈਂ ਇਸ ਤਰ੍ਹਾਂ ਦੇ ਮਾਂ-ਪਿਓ ਨੂੰ ਨਹੀਂ ਰੱਖਾਂਗੀ। ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦੀ। ਦੋਸਤੋ, ਉਸਦੇ ਮਾਂ-ਪਿਓ ਤਾਂ ਆਪਣੀ ਧੀ ਦੇ ਦੁੱਖ ਵਿੱਚ ਦੁਖੀ ਹੋਣ ਲਈ ਆਏ ਸੀ, ਪਰ ਉਹਨਾਂ ਦੀ ਧੀ ਨੇ ਉਹਨਾਂ ਨੂੰ ਬੜਾ ਹੀ ਬੁਰਾ ਭਲਾ ਕਹਿ ਕੇ ਭਜਾ ਦਿੱਤਾ ਤੇ ਜਦੋਂ ਇਹ ਗੱਲ ਕੁਲੱਛਣੀ ਨੂੰ ਪਤਾ ਲੱਗੀ ਤਾਂ ਉਸਦੇ ਮਾਂ-ਪਿਓ ਦਰ-ਦਰ ਦੇ ਭਿਖਾਰੀ ਹੋ ਗਏ ਹਨ ਤੇ ਉਸਦੀ ਭੈਣ ਨੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਕਿ ਉਸਦਾ ਰਾਜ-ਪਾਟ ਸਭ ਖਤਮ ਹੋ ਗਿਆ ਹੈ। ਤਾਂ ਕੁਲੱਛਣੀ ਆਪਣੇ ਪਤੀ ਨਾਲ ਉਸਨੂੰ ਦੇਖਣ ਲਈ ਉਹਨਾਂ ਦੇ ਘਰ ਜਾਂਦੀ ਹੈ ਤੇ ਆਪਣਾ ਅੱਧਾ ਧਨ ਦੇ ਕੇ ਆਪਣੀ ਭੈਣ ਦਾ ਰਾਜ-ਪਾਟ ਫਿਰ ਤੋਂ ਵਸਾਉਂਦੀ ਹੈ ਤੇ ਆਪਣੇ ਮਾਂ-ਪਿਓ ਨੂੰ ਵੀ ਉੱਥੇ ਆਪਣੇ ਨਾਲ ਲਿਆਉਂਦੀ ਹੈ। ਪਰ ਉਹ ਦੋਨੋਂ ਕੋੜੀ ਹੋ ਚੁੱਕੇ ਸੀ। ਉਹਨਾਂ ਦੇ ਪਾਪ ਇੰਨੇ ਜ਼ਿਆਦਾ ਸੀ ਕਿ ਭਗਵਾਨ ਸ਼ਿਵ ਦੀ ਪ੍ਰਾਰਥਨਾ ਕਰਨ ਤੇ ਵੀ ਉਹ ਦੋਨੋਂ ਠੀਕ ਨਾ ਹੋ ਸਕੇ। ਤਾਂ ਉਹਨਾਂ ਨੇ ਕਿਹਾ, ਧੀਏ, ਹੁਣ ਅਸੀਂ ਦੋਵਾਂ ਨੇ ਆਪਣੇ ਕੀਤੇ ਦੀ ਸਜ਼ਾ ਭੋਗਣੀ ਹੈ। ਤੂੰ ਸਾਨੂੰ ਮਾਫ ਕਰ ਦੇ। ਤੇ ਆਪਣੀ ਧੀ ਦੇ ਪੈਰ ਛੂ ਕੇ ਮਾਫੀ ਮੰਗਣ ਲੱਗੀ। ਉਸ ਤੋਂ ਬਾਅਦ ਉਸਦੇ ਘਰੋਂ ਚਲੇ ਜਾਂਦੇ ਹਨ ਤੇ ਕਿਸੇ ਅਜਿਹੇ ਸਥਾਨ ਤੇ ਬੈਠ ਕੇ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਨ ਕਿ ਆਪਣੇ ਕਰਮਾਂ ਦੀ ਮਾਫੀ ਮੰਗਦੇ ਹਨ। ਭਗਵਾਨ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦਿੱਤੀ ਸੀ ਤੇ ਆਪਣੇ ਪਾਪਾਂ ਦਾ ਫਲ ਭੋਗੇ ਬਿਨਾਂ ਉਹਨਾਂ ਦਾ ਕਿਸੇ ਵੀ ਦਵਾਈ ਨਾਲ ਇਲਾਜ ਹੋਣਾ ਸੰਭਵ ਨਹੀਂ ਸੀ। ਹੁਣ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਕਿ ਜਿਸ ਨੂੰ ਉਹ ਕੁਲੱਛਣੀ ਸਮਝਦੇ ਸੀ ਉਹ ਤਾਂ ਉਹਨਾਂ ਦੇ ਘਰ ਦੀ ਲੱਛਮੀ ਸੀ ਤੇ ਆਪਣੀ ਗਲਤੀ ਲਈ ਭੋਲੇ ਬਾਬਾ ਤੋਂ ਮਾਫੀ ਮੰਗਣ ਲੱਗੇ।
ਪਰ ਉਹਨਾਂ ਦਾ ਪਾਪ ਬਹੁਤ ਵੱਡਾ ਸੀ। ਇਸ ਲਈ ਉਹਨਾਂ ਨੂੰ ਕਿਤੇ ਆਰਾਮ ਨਾ ਮਿਲਿਆ ਤੇ ਉਹ ਆਪਣੇ ਕਰਮਾਂ ਦਾ ਫਲ ਇਸੇ ਜ਼ਿੰਦਗੀ 'ਚ ਬੈਠੇ ਭੋਗ ਰਹੇ ਸੀ। ਉਧਰ ਗਿੱਧ ਬੋਲਿਆ, ਬੱਚਿਓ, ਇਹ ਦੋਵੇਂ ਮਰਦ ਔਰਤ ਉਹੀ ਹਨ। ਹੁਣ ਦੱਸੋ ਕਿ ਤੁਸੀਂ ਇਹਨਾਂ ਇਨਸਾਨਾਂ ਦਾ ਮਾंस ਖਾਣਾ ਚਾਹੋਗੇ? ਇਹਨਾਂ ਦੋਨਾਂ ਦੀ ਕਹਾਣੀ ਸੁਣ ਕੇ ਗਿੱਧ ਦੇ ਬੱਚੇ ਕਹਿਣ ਲੱਗੇ, ਪਿਤਾ ਜੀ, ਸਾਨੂੰ ਮਾफ़ ਕਰ ਦਿਓ। ਜੋ ਅਸੀਂ ਇਸ ਤਰ੍ਹਾਂ ਦੇ ਪਾਪੀਆਂ ਦਾ ਮਾंस ਖਾਣ ਦੀ ਗੱਲ ਕਹੀ, ਸਾਨੂੰ ਪਤਾ ਲੱਗ ਗਿਆ ਕਿ ਇਨਸਾਨ ਦਾ ਮਾंस ਤਾਂ ਅੱਜ ਕੱਲ੍ਹ ਕਿਸੇ ਦੇ ਖਾਣ ਯੋਗ ਹੀ ਨਹੀਂ ਰਹਿ ਗਿਆ। ਸਭ ਤੋਂ ਜ਼ਿਆਦਾ ਦੂਸ਼ਿਤ ਜੇਕਰ ਕੋਈ ਹੈ ਤਾਂ ਉਹ ਇਨਸਾਨ ਹੈ। ਇਸ ਤਰ੍ਹਾਂ ਗਿੱਧ ਆਪਣੇ ਬੱਚਿਆਂ ਦੇ ਨਾਲ ਉੱਥੋਂ ਚਲਾ ਜਾਂਦਾ ਹੈ। ਦੋਸਤੋ, ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਕਰਮਾਂ ਦਾ ਫਲ ਸਾਨੂੰ ਜ਼ਰੂਰ ਭੋਗਣਾ ਪੈਂਦਾ ਹੈ ਤੇ ਜੋ ਮਾਪਿਓ ਆਪਣੇ ਮਤਰੇਤ ਧੀਆਂ ਪੁੱਤਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਬੁਰੇ ਦਾ ਫਲ ਬੁਰਾ ਹੀ ਹੁੰਦਾ ਹੈ। ਤਾਂ ਦੋਸਤੋ, ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।